ਕਚਹਿਰੀ ਵਿੱਚ ਹਾਜ਼ਰ ਹੋ ਚੁੱਕੇ ਹਾਂ ਜੀ। ਟੋਰਾਂਟੋ ਸਮੇਂ ਮੁਤਾਬਕ ਇਸ ਟਾਈਮ 9:03 ਹੋ ਚੁੱਕੇ ਆ ਤੇ ਵੀਰਵਾਰ ਨੂੰ ਗੱਲਬਾਤ ਕਰਦੇ ਹੁੰਦੇ ਆ ਸਾਡੇ ਬੜੇ ਹੀ ਸਤਿਕਾਰਯੋਗ ਜਿਨ੍ਹਾਂ ਨੂੰ ਤੁਸੀਂ ਮੈਂ ਸਾਰੇ ਬਹੁਤ ਪਿਆਰ ਕਰਦੇ ਆ, ਹਰਪ੍ਰੀਤ ਜਵੰਦਾ ਸਾਹਿਬ। ਸੋ ਜਦੋਂ ਕੋਈ ਸਟੋਰੀ ਲਿਖਦੇ ਆ ਨਾ ਆਪਣੀ ਫੇਸਬੁੱਕ ਪੇਜ ਦੇ ਉੱਪਰ ਤੇ ਥੱਲੇ ਸਟੋਰੀ ਤੋਂ ਬਾਅਦ ਕਮੈਂਟ ਪੜ੍ਹਨ ਨੂੰ ਬਹੁਤ ਦਿਲ ਕਰਦਾ ਹੁੰਦਾ ਹੈ ਕਿ ਲੋਕਾਂ ਦੇ ਵਿਚਾਰ ਕੀ ਆ। ਉਹ ਵਿਚਾਰ ਪੜ੍ਹ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੁੰਦਾ ਹੈ, ਕੁਛ ਕੁ ਅੱਖਾਂ ਨਮ ਹੋਈਆਂ ਹੁੰਦੀਆਂ ਜੋ ਲਿਖਿਆ ਹੁੰਦਾ ਹੈ ਤੇ ਕੁਛ ਕੁ ਕਹਿੰਦੇ ਆ ਕਿ ਜਵੰਦਾ ਸਾਹਿਬ ਅਸੀਂ ਵੇਟ ਕਰ ਰਹੇ ਹਾਂ ਕਿ ਕਦੋਂ ਤੁਸੀਂ ਅਪਡੇਟ ਕਰੋਗੇ। ਸੱਚੀ ਮੁੱਚੀ ਜਦੋਂ ਵੀ ਕੋਈ ਕਹਾਣੀ ਲਿਖਦੇ ਆ ਮੇਰੇ ਕੋਲੇ ਬੇਸ਼ੱਕ ਸਮਾਂ ਨਹੀਂ ਹੁੰਦਾ ਨਾ, ਤੇ ਜਦੋਂ ਭਾਜੀ ਦੀ ਕੋਈ ਪੋਸਟ ਆ ਜਾਂਦੀ ਆ ਤੇ ਹੁੰਦਾ ਯਾਰ ਬਾਕੀ ਗੱਲਾਂ ਬਾਅਦ ਚ, ਪਹਿਲਾਂ ਇਹ ਜਿਹੜੀ ਸਟੋਰੀ ਆ ਨਾ ਉਹ ਪੜ੍ਹਨੀ ਆ, ਕਿਉਂਕਿ ਉਹ ਕਿਸੇ ਨਾ ਕਿਸੇ ਨਾਲ ਹੱਡ ਬੀਤੀ ਹੁੰਦੀ ਹੈ ਜ਼ਿਆਦਾਤਰ। ਠੀਕ ਹੈ, ਉਹ ਸਟੋਰੀ ਹੁੰਦੀ ਆ ਜਿਹੜੀ ਤੁਹਾਡੀ ਮੇਰੀ ਆਪਣੀ ਹੋ ਸਕਦੀ ਆ। ਸੋ ਅੱਜ ਦੀ ਸਟੋਰੀ ਆ ਜਿਹੜੀ ਅੱਜ ਦੀ ਕਹਾਣੀ ਆ ਉਹਦੇ ਵਿੱਚ ਗੱਲਬਾਤ ਕਰਨੀ ਆ। ਨਾਮ ਦਿੱਤਾ, ਟਾਈਟਲ ਦਿੱਤਾ ਉਸ ਚੀਜ਼ ਨੂੰ ਭਾਜੀ ਹੁਣਾਂ ਨੇ, ਬੇਬੇ ਨਾਨਕੀ। ਤੇ ਜਦੋਂ ਬੇਬੇ ਨਾਨਕੀ ਦਾ ਨਾਮ ਆ ਜਾਂਦਾ ਨਾ ਤੇ ਉਦੋਂ ਹੀ ਗੁਰੂ ਨਾਨਕ ਦੇਵ ਜੀ ਤੇ ਬੇਬੇ ਨਾਨਕੀ ਦੋਨਾਂ ਦਾ ਜ਼ਿਕਰ ਆਟੋਮੈਟਿਕਲੀ ਆਪਣੇ ਦਿਮਾਗ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਉਹ ਇੱਕ ਭੈਣ ਭਰਾ ਦੀ ਕਹਾਣੀ ਹੋਊਗੀ। ਬਿਲਕੁਲ ਸੱਚੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਾਰਟ 1 ਦੇ ਵਿੱਚ। ਤੇ ਮੈਂ ਜ਼ਰੂਰ ਕਹੂੰਗਾ ਕਿ ਜਦੋਂ ਇਹ ਸਟੋਰੀ ਭਾਜੀ ਹੁਣਾਂ ਨੇ ਸੁਣਾਤੀ, ਤੁਹਾਡੇ ਨਾਲ ਸਾਂਝੀ ਕਰ ਲਈ, ਉਸ ਤੋਂ ਬਾਅਦ ਤੁਹਾਡੀਆਂ ਕਾਲ ਪਾਰਟ 1 ਦੇ ਵਿੱਚ ਤੇ ਪਾਰਟ 2 ਦੇ ਵਿੱਚ ਗੱਲਬਾਤ ਕਰਨੀ ਹੈ ਵਿਨੀਪੈਗ ਸ਼ਹਿਰ ਦੀ। ਤੇ ਉੱਥੋਂ ਦੀ ਕੀ ਪਿਛਲੇ ਵੀਕ ਦੇ ਵਿੱਚ ਅਪਡੇਟ ਆ ਉਹਦੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਜਵੰਦਾ ਸਾਹਿਬ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਜੁੜਦੇ ਵਾਸਤੇ ਰਹੋ। ਸਾਰੇ ਸੁਣਨ ਵਾਲੇ ਜਿਹੜੇ ਨਾਲ ਜੁੜ ਬੈਠੇ ਨੇ ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਜਵੰਦਾ ਸਾਹਿਬ, ਜੋ ਗੱਲਾਂ ਕਰਦਾ ਨਾ ਮੇਰੀਆਂ, ਸੱਚੀ ਜੋ ਕਮੈਂਟ ਪੜ੍ਹਦਾ ਉਹਨਾਂ ਸਾਰੇ ਲੋਕਾਂ ਦੇ ਵਿਚਾਰ, ਠੀਕ ਹੈ ਜੀ, ਤੇ ਮੇਰੇ ਆਪਣੇ ਦਿਲ ਦੀਆਂ ਗੱਲਾਂ ਹੁੰਦੀਆਂ, ਸੱਚੀ ਮੁੱਚੀ ਉਡੀਕ ਹੁੰਦੀ ਆ। ਤੇ ਜਿਹੜੀ ਕੱਲ੍ਹ ਦੀ ਕਹਾਣੀ ਸੀ, ਜਦੋਂ ਅੱਜ ਆਪਣੀ ਸਵੇਰੇ ਗੱਲਬਾਤ ਹੋਈ, ਪੁੱਛਿਆ ਮੈਂ ਕਿ ਭਾਜੀ ਕਿਹੜੀ ਕਹਾਣੀ, ਉਹੀ ਗੱਲ ਜੋ ਮੈਂ ਸੋਚ ਰਿਹਾ ਸੀ, ਤੁਸੀਂ ਕਿਹਾ ਕਿ ਆਹੀ ਕਹਾਣੀ ਤੇ ਗੱਲਬਾਤ ਕਰਨੀ ਆ। ਬਹੁਤ ਹੀ ਖੂਬ। ਤੇ ਸ਼ੁਰੂਆਤ ਕਰੀਏ ਜੀ, ਜਾਂ ਕੁਝ ਪਹਿਲਾਂ ਕਹਿਣਾ ਚਾਹੁੰਦੇ ਹੋ? ਕਹਿੰਦੇ ਥੋੜੀ ਜਿਹੀ ਭੂਮਿਕਾ ਇਹ ਹੈ ਜੀ ਕਿ ਤੁਹਾਨੂੰ ਮੈਂ ਥੋੜਾ ਜਿਹਾ ਬੈਕਗਰਾਉਂਡ ਤੇ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਸ਼ੁਰੂ ਚ ਲਿਖਣਾ ਸ਼ੁਰੂ ਕੀਤਾ ਤੇ ਐਜ਼ ਐਨ ਐਕਸਪੈਰੀਮੈਂਟ ਸ਼ੁਰੂ ਕੀਤਾ ਸੀ ਜੀ। ਤੇ ਮੈਂ ਦੇਖਦਾ ਕਿ ਮੈਨੂੰ ਕੀ ਰਿਸਪੌਂਸ ਮਿਲਦਾ, ਕਿਉਂਕਿ ਮੇਰੇ ਦਿਲ 'ਚ ਵੀ ਕਾਫੀ ਵਲਵਲੇ ਸੀ ਉਸ ਟਾਈਮ ਤੇ, ਡੇਲੀ ਲਾਈਫ ਨੂੰ ਦੇਖਿਆ। ਤੇ ਫਿਰ ਜਦੋਂ ਮੈਂ ਐਜ਼ ਐਨ ਐਕਸਪੈਰੀਮੈਂਟ ਸ਼ੁਰੂ ਕੀਤਾ ਤੇ ਲੋਕਾਂ ਨੇ ਕਾਫੀ ਲਾਈਕ ਕੀਤਾ ਜੀ। ਕਾਫੀ ਇਨੀਸ਼ੀਅਲੀ ਜੋ ਹੁੰਦਾ ਸਟਾਰਟ, ਲੋਕਾਂ ਨੇ ਨੋਟਿਸ ਕਰਨਾ ਸ਼ੁਰੂ ਕੀਤਾ, ਆਪਣੇ ਜਿਹੜੇ ਪਾਠਕ ਸੀ। ਤੇ ਫਿਰ ਮੇਰਾ ਸ਼ੌਕ ਬਣ ਗਿਆ ਜੀ। ਤੇ ਸ਼ੌਕ ਬਣ ਗਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਇੱਕ ਟਾਈਮ ਐਸਾ ਆਇਆ ਕਿ ਐਕਸਪੈਰੀਮੈਂਟਲ ਬੇਸਿਸ ਤੇ ਸ਼ੁਰੂ ਹੋਇਆ, ਜਿਹੜਾ ਸ਼ੌਕ ਵਾਲੇ ਸਟੇਜ ਤੇ ਪਹੁੰਚੀ ਚੀਜ਼ ਜਿਹੜੀ ਹੈ ਉਹ ਫਿਰ ਮੇਰੀ ਰਿਸਪੌਂਸਿਬਿਲਿਟੀ ਬਣ ਗਈ ਜੀ। ਰਿਸਪੌਂਸਿਬਿਲਿਟੀ ਉਦੋਂ ਬਣੀ ਜਦੋਂ ਮੈਨੂੰ ਲੋਕਾਂ ਨੇ ਇਨਬਾਕਸ ਕਰਕੇ ਇਹ ਕਹਿਣਾ ਸ਼ੁਰੂ ਕੀਤਾ ਕਿ ਅਸੀਂ ਵੇਟ ਕਰਦੇ ਹਾਂ ਤੁਹਾਡਾ। ਠੀਕ ਹੈ ਜੀ। ਔਰ ਮੇਰਾ ਇਹ ਪਰਪਸ ਹੁੰਦਾ ਹੈ, ਮੇਰਾ ਇਹ ਟਰਾਈ ਹੁੰਦੀ ਹੈ ਕਿ ਜਿਹੜਾ ਯਥਾਰਥ ਹੈ, ਜਿਹੜਾ ਅਸਲੀਅਤ ਹੈ, ਜਿਹੜੀ ਰਿਐਲਿਟੀ ਹੈ, ਉਹਦੇ ਬੇਸ ਤੇ ਲਿਖਿਆ ਜਾਏ ਜੀ। ਔਰ ਕਈ ਮੈਨੂੰ ਕਹਿੰਦੇ ਆ ਕਿ ਤੁਸੀਂ ਕਿਸ ਤਰ੍ਹਾਂ ਕਲਮਬੰਦ ਕਿਸ ਤਰ੍ਹਾਂ ਕਰਦੇ ਹੋ ਜੀ। ਇਹ ਚੀਜ਼ ਸਾਡੇ ਆਸੇ-ਪਾਸੇ ਵੀ ਹੁੰਦੀ ਹੈ ਤੇ ਇਹ ਸਾਰਾ ਪਰਮਾਤਮਾ ਨੇ ਦਿੱਤਾ ਹੈ ਜੀ। ਪਰਮਾਤਮਾ ਨੇ ਇੱਕ ਕੈਪੈਸਿਟੀ ਕ੍ਰੀਏਟ ਕੀਤੀ ਹੈ, ਇੱਕ ਕੁਆਲਿਟੀ ਕ੍ਰੀਏਟ ਕੀਤੀ ਹੈ ਜਿਹੜੀ ਹਰ ਇੱਕ ਹੁੰਦੀ ਹੈ, ਲੇਕਿਨ ਉਹਨੂੰ ਯੂਟੀਲਾਈਜ਼ ਕਿੱਦਾਂ ਕਰਨਾ ਉਹਦੇ ਬਾਰੇ ਅਸੀਂ ਕਿਸੇ ਦਿਨ ਗੱਲ ਜ਼ਰੂਰ ਕਰਾਂਗੇ ਜੀ। ਕਿਉਂਕਿ ਅਕਸਰ ਮੈਨੂੰ ਆਉਂਦੀਆਂ ਰਹਿੰਦੀਆਂ ਨੇ, ਕਾਲਾਂ ਵੀ ਆਉਂਦੀਆਂ ਨੇ ਤੇ ਮੈਨੂੰ ਇਨਬਾਕਸ ਵੀ ਆਉਂਦੇ ਆ। ਉਹ ਆਪਾਂ ਡਿਫਰੈਂਟ ਕਿਸੇ ਦਿਨ ਕਰਾਂਗੇ ਵੀ ਕੀ ਇਹਦੀ ਟੈਕਨੀਕ ਕੀ ਹੁੰਦੀ ਹੈ, ਇਹਦਾ ਆਰਟ ਕਿੱਦਾਂ ਹੁੰਦਾ, ਉਹਦੇ ਬਾਰੇ ਡਿਸਕਸ ਕਰਾਂਗੇ। ਤੇ ਫਿਰ ਉਹ ਜਿਹੜਾ ਇੱਕ ਐਕਸਪੈਰੀਮੈਂਟ ਸ਼ੁਰੂ ਹੋਇਆ ਸੀ, ਸ਼ੌਕ ਬਣ ਗਿਆ, ਫਿਰ ਮੇਰੀ ਰਿਸਪੌਂਸਿਬਿਲਿਟੀ ਬਣ ਗਈ। ਰਿਸਪੌਂਸਿਬਿਲਿਟੀ ਇਸ ਕਰਕੇ ਬਣ ਗਈ, ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇਣਾ ਕਿ ਇੱਕ ਦਿਨ ਮੈਨੂੰ ਇਨਬਾਕਸ ਆਇਆ ਕਿ ਜਵੰਦਾ ਜੀ ਘਰ 'ਚ ਬਹੁਤ ਕਲੇਸ਼ ਪਿਆ ਹੋਇਆ ਸੀ ਜੀ। ਤੇ ਮੈਂ ਇਸ ਕਲੇਸ਼ ਤੋਂ ਤੰਗ ਆ ਕੇ, ਸਾਡੇ ਕੋਲੋਂ ਇੱਕ ਰੇਲਵੇ ਲਾਈਨ ਲੰਘਦੀ ਹੈ, ਮੈਂ ਉੱਥੇ ਬੈਠਾ ਸੀ ਜੀ। ਠੀਕ ਹੈ ਜੀ। ਤੇ ਤੁਹਾਨੂੰ ਪਤਾ ਜਦੋਂ ਕਲੇਸ਼ ਪਿਆ ਹੋਏ ਤੇ ਇਨਸਾਨ ਜਿਹੜਾ ਡੈਸਪੀਰੇਟ ਹੋ ਕੇ ਜਾਂ ਫਰਸਟ੍ਰੇਟ ਹੋ ਕੇ
ਰੇਲਵੇ ਟਰੈਕ ਤੇ ਚੱਲ ਜਾਂਦਾ ਤੇ ਕਾਹਦੇ ਵਾਸਤੇ ਬੈਠਦਾ, ਮੈਨੂੰ ਦੱਸਣ ਦੀ ਲੋੜ ਨਹੀਂ ਹੈ ਨਾ। ਪਰ ਮੈਂ ਉੱਥੇ ਬੈਠਾ, ਮੈਂ ਆਪਣਾ ਫੋਨ ਖੋਲਿਆ ਤੇ ਕਹਿੰਦੇ ਜਿਹੜੀ ਗੱਡੀ ਦੀ ਮੈਂ ਵੇਟ ਕਰ ਰਿਹਾ ਸੀ ਉਹ ਲੇਟ ਹੋ ਗਈ ਤੇ ਤੁਹਾਡੀ ਕਹਾਣੀ ਪਹਿਲਾਂ ਆ ਗਈ ਤੇ ਹੁਣ ਮੈਂ ਵਾਪਸ ਆ ਰਿਹਾ ਜੀ। ਇਹ ਚੀਜ਼ ਸੁਣਿਆ ਮੈਂ, ਉਹਦੀ ਵੀਰ ਦੀ ਗੱਲ ਸੁਣੀ ਤੇ ਫਿਰ ਮੈਨੂੰ ਲੱਗਾ ਕਿ ਜਿਹੜੀ ਦਰਸ਼ਕ ਨੇ ਉਹਨਾਂ ਦੇ ਵੱਲ ਮੇਰੀ ਇੱਕ ਰਿਸਪੌਂਸਿਬਿਲਿਟੀ ਬਣ ਗਈ, ਇੱਕ ਜ਼ਿੰਮੇਵਾਰੀ ਬਣ ਗਈ ਹੈ ਜੀ। ਤੇ ਇੱਕ ਵੀ ਬੰਦਾ ਜਿਹੜਾ ਬੈਕ ਟੂ ਦਾ ਟਰੈਕ ਆ ਜਾਂਦਾ ਹੈ ਤੇ ਮੇਰੇ ਖਿਆਲ 'ਚ ਮੇਰੀ ਦੇਖੋ ਜ਼ਿੰਦਗੀ ਦੇਣੀ ਤੇ ਪ੍ਰਮਾਤਮਾ ਦੇ ਹੱਥ ਹੈ। ਤੇ ਅਗਰ ਕਿਤੇ ਡਿੱਗੇ ਢੱਠੇ ਨੂੰ ਬੈਕ ਟੂ ਦਾ ਟਰੈਕ ਲਿਆਉਣ ਵਾਸਤੇ ਕੁਝ ਕੀਤਾ ਜਾ ਸਕਦਾ ਹੈ ਤੇ ਉਹ ਇਨਸਾਨ ਦੇ ਵੱਸ ਹੁੰਦਾ ਹੈ, ਉਹ ਮੈਂ ਟਰਾਈ ਕਰ ਰਿਹਾ। ਵੈਰੀ ਗੁੱਡ ਭਾਜੀ। ਤੇ ਹੁਣ ਤੁਸੀਂ ਇੱਕ ਭੂਮਿਕਾ ਬੰਨੀ ਸੀ ਇੱਕ ਕਹਾਣੀ ਦੀ, ਤੇ ਬੇਬੇ ਨਾਨਕੀ ਜੀ। ਬੇਬੇ ਨਾਨਕੀ ਐਕਚੁਅਲੀ ਇਹ ਕਹਾਣੀ ਤੁਸੀਂ ਕਹਿ ਸਕਦੇ ਹੋ, ਥੋੜਾ ਬਹੁਤ ਮੈਂ ਉਹਨੂੰ ਰੰਗਤ ਦਿੱਤੀ ਹੈ, ਬਟ ਬੇਸਿਕ ਜਿਹੜਾ ਉਹਦਾ ਆਈਡੀਆ ਹੈ ਉਹ ਅਸਲੀਅਤ ਤੇ ਬੇਸਡ ਹੈਗਾ ਜੀ। ਉਹ ਮੈਂ ਤੁਹਾਨੂੰ ਸ਼ੁਰੂ ਕਰਦਾ ਦੱਸਦਾ। 4 ਭੈਣਾਂ ਤੋਂ ਸਭ ਤੋਂ ਛੋਟਾ ਸਾਂ। ਗੁਰਪੁਰਬ ਦਿਨ ਜਨਮ ਹੋਣ ਕਰਕੇ ਘਰਦਿਆਂ ਨੇ ਨਾਨਕ ਸਿੰਘ ਨਾਮ ਰੱਖ ਦਿੱਤਾ। ਪਾਪਾ ਜੀ ਗੁਹਾਟੀ ਵੱਲ ਨੂੰ ਟਰੱਕ ਚਲਾਇਆ ਕਰਦੇ ਸਨ, ਟਰਾਂਸਪੋਰਟਰ ਸੀ ਜੀ। ਧੀਆਂ ਨਾਲ ਇੰਨਾ ਮੋਹ ਕਿ ਕਦੀ ਦੇਰ ਸਵੇਰ ਘਰੇ ਆਇਆ ਕਰਦੇ ਤਾਂ ਦੱਬੇ ਪੈਰੀ ਹੀ ਆਉਂਦੇ, ਮਤੇ ਕੋਈ ਗੂੜੀ ਨੀਂਦਰ ਸੁੱਤੀ ਧੀ ਹੀ ਨਾ ਜਾਗ ਪਵੇ ਜੀ। ਫਿਰ ਉਸੇ ਤਰ੍ਹਾਂ ਹੀ ਸੁੱਤੀਆਂ ਪਈਆਂ ਦੇ ਮੂੰਹ ਚੋਂ ਤੜਕੇ ਵਾਪਸ ਪਰਤ ਜਾਇਆ ਕਰਦੇ ਜੀ। ਵੱਡੀ ਭੈਣ ਸਵੇਰੇ ਉੱਠ ਕੇ ਅਕਸਰ ਲੜਦੀ ਕਿ ਮੈਨੂੰ ਕਿਉਂ ਨਹੀਂ ਜਗਾਇਆ ਜੀ। ਮਾਂ ਨੇ ਆਖਣਾ, ਪੁੱਤਰ ਤੈਨੂੰ ਹਿਲਾਉਣਾ ਦਿੱਤਾ ਸੀ ਪਰ ਤੂੰ ਉੱਠੀ ਨਹੀਂ। ਅੱਗੋਂ ਆਖਦੀ, ਨਹੀਂ ਤੂੰ ਝੂਠ ਬੋਲਦੀ ਹੈ ਜੀ। ਜ਼ਿਕਰਯੋਗ ਇਹ ਹੈ ਕਿ ਭੈਣ ਜੀ ਦੀ ਨਿੰਦਰ ਬੜੀ ਹੀ ਗੂੜੀ ਕਹਿ ਲਓ ਜਾਂ ਭੈੜੀ ਕਹਿ ਲਓ, ਬਹੁਤ ਗੂੜੀ ਨਿੰਦਰ ਸੌਂਦੀ ਸੀ ਵੱਡੀ ਭੈਣ ਜੀ। ਆਲੇ ਦੁਆਲੇ ਦੀ ਕੋਈ ਹੋਸ਼ ਨਹੀਂ ਸੀ ਰਹਿੰਦੀ। ਇੱਕ ਵੇਰ ਕੋਠੇ ਤੇ ਸੁੱਤੀ ਨੇ ਸਾਰਾ ਮੀਂਹ ਆਪਣੇ ਉੱਪਰ ਹੀ ਵਰਾਇਆ, ਉੱਥੇ ਹੀ ਪਈ ਰਹੀ, ਹੇਠਾਂ ਨਾ ਉਤਰੀ। ਮਾਂ ਹੇਠੋਂ ਆਵਾਜ਼ਾਂ ਮਾਰਦੀ ਰਹੀ, ਪਰ ਮਜ਼ਾਲ ਹੈ ਮੇਰੇ ਨਾਲ ਪਏ ਤੇ ਇੱਕ ਕਣੀ ਵੀ ਪੈਣ ਦਿੱਤੀ ਹੋਏ। ਪਾਪਾ ਜੀ ਨੂੰ ਅਸੀਂ ਬਹੁਤ ਘੱਟ ਵੇਖਿਆ ਜੀ। ਪਿੱਛਾਂ ਹਨੇਰੇ ਪਏ ਆਉਂਦੇ ਤੇ ਕੁਝ ਘੰਟਿਆਂ ਬਾਅਦ ਹੀ ਵਾਪਸ ਮੁੜ ਜਾਇਆ ਕਰਦੇ ਜੀ। ਸ਼ਾਇਦ ਆਲੇ ਦੁਆਲੇ ਦੇ ਸਮਾਜਿਕ ਵਰਤਾਰੇ ਤੋਂ ਵਾਕਿਫ ਇਸ ਫਿਕਰ ਵਿੱਚ ਹੀ ਪਏ ਰਹਿੰਦੇ ਸਨ ਕਿ ਕਿਧਰੇ ਧੀਆਂ ਦੀ ਪੜ੍ਹਾਈ ਅਤੇ ਵਿਆਹ ਕਾਰਜਾਂ ਵਿੱਚ ਕੋਈ ਢਿੱਲ ਮੱਠ ਨਾ ਰਹਿ ਜਾਵੇ। ਪਿਓ ਦੀ ਸਟਰਗਲ, ਬਾਪ ਦੀ ਸਟਰਗਲ ਦੱਸੀ ਹੈ ਇਸ ਇੱਕ ਲਾਈਨ ਦੇ ਵਿੱਚ। ਜਿਹੜਾ ਤੁਹਾਡਾ ਜੰਮਣ ਵਾਲਾ ਹੁੰਦਾ ਕਿੰਨਾ ਫਿਕਰ ਕਰਦਾ, ਹਾਲਾਂਕਿ ਕਦਰ ਕਰਨੀ ਬੰਦ ਹੋ ਗਈ ਹੈ, ਕਰ ਦਿੱਤੀ ਹੈ, ਬਟ ਬਹੁਤ ਵੱਡੀ ਲਾਈਨ। ਮੈਂ ਖੁਦ ਤੁਹਾਨੂੰ ਦੱਸਦਾ ਕਿ ਖੁਦ ਪੜ੍ਹ ਕੇ ਮੈਂ ਇਮੋਸ਼ਨਲ ਹੋ ਗਿਆ ਇਹ ਲਾਈਨ, ਮੈਂ ਖੁਦ ਪੜ੍ਹੀ। ਖੈਰ ਕਹਾਣੀ ਪੜ੍ਹਦੇ ਹਾਂ। ਫਿਰ ਪਿੰਡੇ ਤੇ ਤਸ਼ੱਦਦ ਵੀ ਹੰਢਾਇਆ। ਅਕਸਰ ਆਖਦੇ ਇਸ ਦੇ ਟਰੱਕ ਵਿੱਚ ਸਿੰਘ ਇੱਧਰ ਉੱਧਰ ਜਾਂਦੇ ਨੇ ਜੀ। ਤੁਹਾਨੂੰ ਮੈਂ 30-35 ਸਾਲ ਬੈਕ ਤੇ ਲੈ ਕੇ ਜਾਣਾ ਚਾਹੁੰਦਾ ਕਿ ਉਦੋਂ ਕੀ ਮਾਹੌਲ ਸੀ। ਜਿਹੜੇ ਪੰਜਾਬ ਤੋਂ ਟਰੱਕਿੰਗ ਇੰਡਸਟਰੀ 'ਚ ਸੀ, ਟਰੱਕਿੰਗ ਟਰਾਂਸਪੋਰਟ 'ਚ ਸੀ, ਉਹਨਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਹੁੰਦੀਆਂ ਜੀ। ਪੁਲਿਸ ਸੀ, ਤੁਹਾਡੇ 'ਚ ਟਰੱਕਾਂ 'ਚ ਅਸਲਾ ਜਾਂਦਾ ਹੈ, ਕਾੜਕੂ ਜਾਂਦੇ ਹੈ, ਸਿੰਘ ਜਾਂਦੇ ਹੈ, ਬਹੁਤ ਮਾਰਾਂ ਵੀ ਪਈਆਂ, ਕੁਝ ਡਿਸਅਪੀਅਰ ਵੀ ਹੋਏ ਜੀ। ਫਿਰ ਇੱਕ ਦਿਨ ਬਿਜਲੀ ਆਣ ਡਿੱਗੀ। ਐਕਸੀਡੈਂਟ ਬੰਗਾਲ ਵਿੱਚ ਕਿਧਰੇ ਹੋਇਆ ਸੀ। ਮਾਂ ਸਾਨੂੰ ਰਿਸ਼ਤੇਦਾਰੀ ਵਿੱਚ ਛੱਡ ਉਧਰ ਨੂੰ ਨੱਸੀ ਗਈ। ਫਿਰ ਕਿੰਨੇ ਦਿਨਾਂ ਬਾਅਦ ਪਰਤੀ, ਹਾਲੋਂ ਬੇਹਾਲ, ਰੋਂਦੀ ਕਲਪਤੀ। ਦੱਸਣ ਵਾਲਿਆਂ ਮੁਤਾਬਿਕ ਚਲਾਉਂਦੇ ਹੋਏ ਨੂੰ ਨੀਂਦ ਆ ਗਈ ਸੀ ਕਿ ਟਰੱਕ ਸਿੱਧਾ ਖੱਡ ਵਿੱਚ ਜਾ ਡਿੱਗਾ। ਲੋਥ ਕਿੰਨੇ ਦਿਨ ਉੱਥੇ ਹੀ ਪਈ ਰਹੀ, ਘਰੇ ਵੀ ਨਹੀਂ ਲਿਆਂਦੀ ਗਈ। ਫਿਰ ਉੱਥੇ ਹੀ ਕਿਧਰੇ ਸੰਸਕਾਰ ਕਰਕੇ ਜਲ ਪ੍ਰਵਾਹ ਕਰਨਾ ਪਿਆ। ਫਿਰ ਕਈ ਜਾਣਕਾਰ ਇਹ ਵੀ ਦੱਸਦੇ ਨੇ ਕਿ ਕਲੀਨਰ ਜਿਹੜਾ ਇੱਕ ਹੈਲਪਰ ਹੁੰਦਾ ਟਰੱਕ ਦੇ ਵਿੱਚ ਜੀ, ਉਹ ਪੁਲਿਸ ਦੇ ਨਾਲ ਲੜ ਗਿਆ ਸੀ।
ਅੱਜ ਇੰਨੇ ਵਰਿਆਂ ਬਾਅਦ ਕੈਨੇਡਾ ਵਿੱਚ ਬੈਠੇ ਤਾਂ ਅਜੇ ਟਰੱਕ ਯਾਰਡ ਵਿੱਚੋਂ ਬਾਹਰ ਵੀ ਨਹੀਂ ਨਿਕਲਿਆ ਹੁੰਦਾ ਤੇ ਨਾਲ ਹੀ ਭੈਣ ਜੀ ਦਾ ਫੋਨ ਆ ਜਾਂਦਾ ਜੀ ਕਿ ਤੇਰੀ ਨੀਂਦਰ ਪੂਰੀ ਹੋਈ ਕਿ ਨਹੀਂ। ਤੇ ਮਾੜਾ ਜਿੰਨਾ ਵੀ ਪਤਾ ਲੱਗ ਜਾਵੇ ਕਿ ਮੈਂ ਉਹ ਨਿੰਦਰਾ ਹਾਂ ਤਾਂ ਪਹਿਲਾਂ ਤਾਂ ਚੰਗੀਆਂ ਝਟਕਾਂ ਦਿੰਦੀ ਹੈ, ਫਿਰ ਆਖਦੀ ਹੈ ਮੇਰੇ ਨਾਲ ਬਸ ਗੱਲਾਂ ਕਰਦਾ ਰਹਿ। ਜੀ ਹੈਰਾਨ ਹੁੰਨਾ ਜਿਸ ਨੂੰ ਕਦੇ ਵਰਦੇ ਮੀਂਹ ਵਿੱਚ ਵੀ ਜਾਗ ਨਹੀਂ ਸੀ ਆਇਆ ਕਰਦੀ, ਹੁਣ ਅਕਸਰ ਹੀ 3-3 ਘੰਟੇ ਫੋਨ ਤੇ ਕਿੱਦਾਂ ਗੱਲ ਕਰ ਲੈਂਦੀ। ਸ਼ਾਇਦ ਸੋਚਦੀ ਹੈ ਕਿਧਰੇ ਮਾਂ ਜਾਏ ਨੂੰ ਟਰੱਕ ਚਲਾਉਂਦਿਆਂ ਨੀਂਦਰ ਹੀ ਨਾ ਆ ਜਾਵੇ। ਜੀ ਪਤਾ ਨਹੀਂ ਪਹਿਲਾਂ ਬੁੱਝ ਗਏ ਕਿਸੇ ਪਹਿਲਾਂ ਬੁੱਝ ਗਏ ਨੂੰ ਚੇਤੇ ਕਰਕੇ ਘਬਰ ਜਾਂਦੀ ਹੈ ਤੇ ਜਾਂ ਫਿਰ ਕਿਸੇ ਦੂਰ ਜਗਦੇ ਹੋਏ ਨੂੰ ਬੁੱਝਣ ਤੋਂ ਰੋਕਣ ਲਈ ਹੀ ਇਹ ਸਾਰੇ ਪਾਪੜ ਵੇਲਦੀ ਹੈ। ਪਰ ਜੋ ਵੀ ਹੈ ਬਸ ਬੀਜੀ ਦੇ ਜਾਣ ਮਗਰੋਂ ਸੱਚੀ ਮੁੱਚੀ ਹੀ ਮੇਰੀ ਮਾਂ ਬਣ ਕੇ ਵਿਚਰਨ ਲੱਗ ਪਈ ਹੈ। ਝੱਖੜਾਂ ਅਤੇ ਵਰਦੇ ਮੀਂਹਾਂ ਦੀਆਂ ਮੋਟੀਆਂ ਕਣੀਆਂ ਤੋਂ ਬਚਾਉਂਦੀ ਹੋਈ ਮੇਰੀ ਵੱਡੀ ਭੈਣ, ਭਾਵੇਂ ਮੈਂ ਖੁਦ ਨਾਨਕ ਸਿੰਘ ਨਾ ਹੁੰਦੇ ਹੋਏ ਬਾਬੇ ਨਾਨਕ ਦੇ ਚਰਨਾਂ ਦੀ ਧੂੜ ਤੱਕ ਵੀ ਨਾ ਬਣ ਸਕਿਆ, ਪਰ ਉਹ ਮੈਨੂੰ ਹਮੇਸ਼ਾ ਹੀ ਬੇਬੇ ਨਾਨਕੀ ਦਾ ਹੀ ਇੱਕ ਰੂਪ ਲੱਗਦੀ ਹੈ। ਵਾਹ ਜੀ ਵਾਹ। ਇਹ ਕਹਾਣੀ, ਇਹ ਅਸਲੀਅਤ ਹੈ, ਇਹ ਹੱਡ ਵਾਪਰੀ ਹੈ ਕਿਸੇ ਦੇ ਉੱਤੇ। ਨਾ ਚਲੋ ਮੈਨੂੰ ਦੇ ਦਿੱਤੇ ਨੇ, ਬਟ ਇਹ ਹੈ ਕਿ ਇਹ ਐਸੈਂਸ ਹੈ ਜੀ, ਇੱਕ ਸਾਰ ਅੰਸ਼ ਹੈ ਵੱਡੀ ਭੈਣ ਦੀ ਸਟਰਗਲ ਦਾ ਤੇ ਵੱਡੀ ਭੈਣ ਦੇ ਖੰਭਾਂ ਹੇਠਾਂ ਸਾਹ ਲੈਂਦੇ ਇੱਕ ਨਿੱਕੇ ਜਿਹੇ ਬੋਟ ਦਾ। ਬਹੁਤ ਹੀ ਵਧੀਆ ਭਾਜੀ, ਬਹੁਤ ਹੀ ਵਧੀਆ, ਬਹੁਤ ਵਧੀਆ ਹੈ ਨਾ। ਸੱਚੀ ਮੁੱਚੀ ਜਿਸ ਤਰ੍ਹਾਂ ਵਿੱਚ ਕਿੰਨੇ ਸ਼ਬਦ ਕਿਸ ਤਰ੍ਹਾਂ ਆਉਂਦੇ ਆ ਹੈ ਨਾ। ਪਹਿਲਾਂ ਜਿਹੜੀਆਂ ਦੇਖੋ, ਫਿਰ ਭਾਜੀ ਧੀਆਂ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ, ਹਮੇਸ਼ਾ ਹੀ ਹੁੰਦਾ ਰਿਹਾ ਸ਼ੁਰੂ ਤੋਂ ਤੇ ਹੁੰਦਾ ਹੀ ਆਉਣਾ ਹੈ। ਸੋ ਮੈਂ ਬੜੇ ਵਧੀਆ, ਮੇਰੇ ਦੋਸਤ ਆ ਇੱਕ ਸਤਪਾਲ ਜੌਲ ਸਾਹਿਬ, ਸੋ ਉਹਨਾਂ ਨੇ ਨਾ ਮਾਂ ਦਿਵਸ ਦੇ ਉੱਤੇ ਭਾਜੀ ਇੰਨਾ ਸੋਹਣਾ ਲਿਖਿਆ ਨਾ, ਆਂਦੇ ਵੀ ਮਾਂ ਦਿਵਸ ਦੇ ਉੱਪਰ ਉਹਨਾਂ ਮਾਤਾਵਾਂ ਨੂੰ ਮੈਂ ਹੈਪੀ ਮਦਰਸ ਡੇ ਕਹਿੰਦਾ ਕਿ ਜਿਨ੍ਹਾਂ ਨੇ ਆਪਣੇ ਪੇਟ ਦੇ ਵਿੱਚ ਪਲ ਰਿਹਾ ਭਰੂਣ, ਉਹ ਕੁੜੀ ਸੀ, ਜੇ ਉਹਨਾਂ ਨੇ ਇਹਨੂੰ ਨਹੀਂ ਮਤਲਬ ਕੁਝ ਗਲਤ ਕੀਤਾ ਉਹਦੇ ਨਾਲ, ਤੇ ਮੈਂ ਉਹਨਾਂ ਮਾਤਾਵਾਂ ਨੂੰ ਹੈਪੀ ਮਦਰਸ ਡੇ ਕਹਿੰਦਾ। ਸੇਮ ਭਾਜੀ ਇਹ ਕਹਾਣੀ ਦੇ ਵਿੱਚ ਸੱਚੀ ਜੋ ਪਿਆਰ ਦੀਆਂ ਗੱਲਾਂ ਬਾਤਾਂ ਹੈ, ਕੁਛ ਕੁ ਭਾਜੀ ਸਟੋਰੀਆਂ ਇੱਥੇ ਸੁਣਨ ਨੂੰ ਮਿਲਦੀਆਂ। ਦੇਖੋ ਜਿਹੜਾ ਹਿੱਸੇਦਾਰੀ ਹੁੰਦੀ ਆ ਭੈਣ ਭਰਾਵਾਂ ਦੀ, ਭਰਾ ਹਿੱਸਾ ਵੰਡਦੇ ਆ ਮੋਸਟਲੀ ਜ਼ਮੀਨ ਦੇ ਵਿੱਚ, ਉਹ ਭੈਣਾਂ ਦਾ ਨਹੀਂ ਹੁੰਦਾ। ਪਰ ਇੱਥੇ ਆ ਕੇ ਕੁਛ ਕੁ ਭਾਜੀ ਸਟੋਰੀਆਂ ਇਸ ਤਰ੍ਹਾਂ ਦੀਆਂ ਵੀ ਮੈਂ ਸੁਣੀਆਂ ਔਰ ਨੇੜੇ ਦੇ ਕੁਛ ਕੁ ਨੂੰ ਜਾਣਦਾ ਕਿ ਜਿਹੜੀ ਜ਼ਮੀਨ ਜਾਇਦਾਦ ਡਾਲਰਾਂ ਪਿੱਛੇ ਉਹ ਚੀਜ਼ਾਂ ਖਤਮ ਹੋ ਗਈਆਂ ਵੰਡ ਪਿੱਛੇ। ਪਰ ਜੋ ਇਹ ਸਟੋਰੀ ਪੜ੍ਹ ਕੇ ਤੁਹਾਨੂੰ ਲੱਗਦਾ ਹੈ ਕਿ ਭੈਣ ਭਰਾ ਦਾ ਕਿਸ ਤਰ੍ਹਾਂ ਦਾ ਪਿਆਰ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਸੀ ਉਹ ਬਚਪਨ ਦੇ ਵਿੱਚ, ਜਿਵੇਂ ਕਹਿੰਦੇ ਇੱਕ ਮੰਜੇ ਤੇ ਪਏ ਨੂੰ ਬਾਹਰ ਮੀਂਹ ਪੈਂਦੇ ਦੇ ਵਿੱਚ ਇੱਕ ਕਹਿੰਦੇ ਕਣੀ ਵੀ ਉੱਪਰ ਨਹੀਂ ਪੈਣ ਦਿੱਤੀ, ਹੈ ਨਾ। ਤੇ ਇਸੇ ਹੀ ਤਰ੍ਹਾਂ ਜਿਹੜੀ ਭਰਾ ਦੀ ਵੀ ਰਿਸਪੌਂਸਿਬਿਲਿਟੀ, ਜ਼ਿੰਮੇਵਾਰੀ ਬਣ ਜਾਂਦੀ ਹੈ ਬਰਾਬਰ, ਕਿ ਮੇਰੀ ਭੈਣ ਮੇਰੇ ਲਈ ਕੀ ਕਰਦੀ ਰਹੀ ਆ। ਬਹੁਤ ਭੈਣਾਂ ਤਾਂ ਇੱਦਾਂ ਦੇਖਿਆ ਜੀ, ਆਪਣਾ ਜਿਹੜਾ ਖਾਣ ਨੂੰ ਕਈ ਵਾਰ ਮਿਲਦਾ ਹੁੰਦਾ ਸੀ ਨਾ ਘਰੇ, ਸਟੋਰੀਆਂ ਇੱਦਾਂ ਦੀਆਂ ਵੀ ਭਾਜੀ ਮਿਲੀਆਂ ਕਿ ਆਪਣੇ ਜਿਹੜੇ ਹਿੱਸੇ ਦੀ ਚੀਜ਼ ਹੁੰਦੀ ਨਾ, ਵੀ ਆਹ ਤੇਰੀ, ਆਹ ਮੇਰੀ ਭੈਣ ਭਰਾਵਾਂ ਦੇ ਵਿੱਚ। ਤੇ ਕੁਛ ਭੈਣਾਂ ਦੀ ਸਟੋਰੀ ਇੱਦਾਂ ਦੀ ਵੀ ਹੁੰਦੀ ਆ, ਆਪਣੇ ਹਿੱਸੇ ਦੀ ਚੀਜ਼ ਵੀ ਆਪਣੇ ਵੀਰ ਨੂੰ ਦਿੰਦੀਆਂ, ਹੈ ਨਾ। ਬਿਲਕੁਲ ਠੀਕ ਹੈ ਜੀ, ਜੀ ਬਿਲਕੁਲ। ਤੇ ਇੱਕ ਜਵੰਦਰ ਸਾਹਿਬ ਆਪਾਂ ਗੱਲ ਕਰਾਂਗੇ ਹੁਣ, ਤੁਹਾਡੇ ਹੀ ਸ਼ਹਿਰ ਵਿਨੀਪੈਗ ਤੋਂ ਇੱਕ ਕਾਲਰ ਲੱਗਦੇ ਆ 204 ਨੰਬਰ ਵਾਲੇ, ਉਹਨਾਂ ਨੂੰ ਔਨ 에ਅਰ ਕਰ ਲਈਏ, ਫਿਰ ਆਪਾਂ ਗੱਲਾਂ ਕਰਾਂਗੇ। ਤੇ ਦੋਸਤੋ ਤੁਸੀਂ ਵੀ ਦੱਸੋ ਕਿ ਤੁਹਾਨੂੰ ਇਹ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ। 905 673 9700। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸੰਦੀਪ ਬਰਾੜ ਜੀ। ਜੀ ਐਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਹਰਦੀਪ ਸਿੰਘ ਜਵੰਡਾ ਜੀ ਨਾਲ ਤੁਸੀਂ ਗੱਲ ਕਰ ਰਹੇ ਹੋ, ਬੜੀ ਪਿਆਰੀ ਤੇ ਸੋਹਣੀ, ਮੈਂ ਜਾਣਦਾ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਜੀ, ਔਰ ਬਹੁਤ ਹੀ ਵਧੀਆ ਤੇ ਜਾਨੀ ਕਿ ਸਾਫ਼ ਸੁਥਰਾ ਲਿਖਦੇ ਹੈਗੇ। ਮੈਂ ਅਕਸਰ ਹੀ ਇਹਨਾਂ ਦੀਆਂ ਸਟੋਰੀਜ਼ ਜਿਹੜੀਆਂ ਨੇ ਉਹ ਫੇਸਬੁੱਕ ਤੇ ਪੜ੍ਹਦਾ ਹੁੰਦਾ ਜੀ, ਤੇ ਰੈਗੂਲਰ ਫਾਲੋਅਰ ਵੀ ਹੈਗਾ। ਤੇ ਜਿਹੜੀ ਤੁਸੀਂ ਅੱਜ ਗੱਲ ਕਰ ਰਹੇ ਹੋ
ਧੀ ਬਾਰੇ, ਬੱਚੀ ਬਾਰੇ, ਤੇ ਇਹ ਤੇ ਬਹੁਤ ਵੱਡੀ ਆ। ਖੈਰ ਇਹ ਹਰਦੀਪ ਜਵੰਡਾ ਜੀ ਦੀ ਕੀ ਗੱਲ ਕਰਾਂ, ਬਹੁਤ ਵਧੀਆ ਲਿਖਦੇ, ਹਰ ਟੌਪਿਕ ਤੇ ਹਰ ਬੜੀ ਡੂੰਘੀ ਗਿਆਨ ਰੱਖਦੇ ਹੈਗੇ। ਬਹੁਤ ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ, ਸੁਬਹ ਸ਼ਾਮਾਂ ਹੀ ਦਿੰਦਾ ਹੈਗਾ ਤੁਹਾਨੂੰ ਦੋਨਾਂ ਨੂੰ ਹੀ, ਜਵੰਡਾ ਜੀ ਨੂੰ ਵੀ ਤੇ ਬਰਾੜ ਸਾਹਿਬ ਨੂੰ ਵੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਜਵੰਦਾ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ? ਜੇ ਕੋਈ ਕਾਲਰ ਆਈ ਤੇ ਆਪਾਂ ਹੋਰ ਕਾਲ ਔਨ ਏਅਰ ਕਰਾਂਗੇ ਜੀ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਮੈਂ ਬੇਬੇ ਨਾਨਕੀ ਦੀ ਇੱਕ ਅਸਲੀਅਤ ਬੇਸਡ ਤੁਹਾਨੂੰ ਇੱਕ ਵਾਰਤਕ ਸੁਣਾਇਆ ਹੈ ਜੀ, ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਜਿਹਦੇ ਤੇ ਮੈਂ ਆ ਕੇ ਕੁਝ ਆਪਣੀਆਂ ਨਿੱਜੀ ਟਿੱਪਣੀ ਵੀ ਕੀਤੀਆਂ ਸੀ ਕਿ ਬਾਪ ਦਾ ਰੋਲ ਜਿਹੜਾ ਉਹ ਦੇਖੋ ਕਿੰਨਾ ਸਟਰਗਲ ਵਾਲਾ ਹੁੰਦਾ ਹੈ। ਇਹ ਰਾਤ ਨੂੰ ਆ ਕੇ ਤੇ ਸਵੇਰੇ ਤੜਕੇ ਮੁੜ ਜਾਣਾ ਸਿਰਫ ਇਸ ਕਰਕੇ ਕਿ ਜਿਹੜੇ ਮੇਰੇ ਬੱਚੇ ਨੇ ਸੁੱਤੇ ਪਏ ਨੇ, ਇਹਨਾਂ ਦਾ ਫਿਊਚਰ ਜਿਹੜਾ ਉਹ ਸਿਕਿਉਰ ਹੋਏ, ਇਹਨਾਂ ਨੂੰ ਤੱਤੀ ਵਾਹ ਨਾ ਲੱਗੇ ਔਰ ਇਹਨਾਂ ਤੇ ਕਿਸੇ ਕਿਸਮ ਦੀ ਕੋਈ ਫਾਈਨੈਂਸ਼ੀਅਲ ਜਾਂ ਕੋਈ ਹੋਰ ਸੋਸ਼ਲ ਕੰਪਲਿਕੇਸ਼ਨ ਨਾ ਇਹਨਾਂ ਨੂੰ ਫੇਸ ਕਰਨੀ ਪਏ। ਤੇ ਮੈਂ ਉਹ ਦੇਖਿਆ ਸੀ ਕਿ ਦੇਖੋ ਉਸ ਪ੍ਰੋਸੈਸ 'ਚ ਅੱਜ ਤੋਂ ਜੇ 30-35 ਸਾਲ ਪਹਿਲੇ ਚੱਲ ਜਾਓ ਤੇ ਕਿੰਨੀਆਂ ਮੁਸ਼ਕਲਾਂ ਫੇਸ ਕਰਨੀਆਂ ਪਈਆਂ। ਹਰ ਇੱਕ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਤੇ ਉਸ ਸਾਰੇ ਦੇ ਵਿੱਚ ਫਿਰ ਇੱਕ ਬਾਪ ਦੀ ਸਟਰਗਲ ਜਿਹੜੀ ਹੈ ਔਰ ਅਲਟੀਮੇਟਲੀ ਦੇਖੋ ਉਹਦੀ ਫਿਰ ਡੈਥ ਵੀ ਹੋ ਜਾਂਦੀ ਹੈ, ਪ੍ਰੀਮੈਚੁਰ ਡੈਥ ਵੀ ਹੋ ਜਾਂਦੀ ਹੈ ਔਰ ਡੈਥ ਦਾ ਕਾਜ਼ ਜਿਹੜਾ ਉਹ ਵੀ ਨਹੀਂ ਪਤਾ ਲੱਗਦਾ, ਰੀਜ਼ਨ ਵੀ ਨਹੀਂ ਪਤਾ ਲੱਗਦਾ ਜੀ। ਤੋ ਇਹ ਸਾਰਾ ਜਿਹੜਾ ਮਿਲਗੋਬਾ ਇਹ ਹੈ ਕਿ ਬਾਪ ਜਿਹੜਾ ਹੈ ਉਹ ਜਦੋਂ ਬੁੱਢਾ ਹੋ ਜਾਂਦਾ ਹੈ, ਜਦੋਂ ਬਜ਼ੁਰਗ ਹੋ ਜਾਂਦਾ ਹੈ, ਅਗਰ ਉਹਦੇ ਕੋਲੋਂ ਕੋਈ 19-21 ਹੋ ਜਾਂਦੀ ਹੈ ਤੇ ਇਸ ਚੀਜ਼ ਸੋਚ ਕੇ ਇਗਨੋਰ ਕਰ ਲੈਣਾ ਚਾਹੀਦਾ ਹੈ ਕਿ ਇਹ ਉਹ ਬੰਦਾ ਸੀ ਜਿਹੜਾ ਸਾਨੂੰ ਆਪਣੇ ਮੋਢਿਆਂ ਤੇ ਚੱਕ ਕੇ ਤੇ ਘੁਮਾਉਂਦਾ ਹੁੰਦਾ ਸੀ। ਤੁਹਾਨੂੰ ਯਾਦ ਹੈ ਮੈਂ ਇੱਕ ਕਹਾਣੀ ਲਿਖੀ ਸੀ ਕਿ ਇੱਕ ਉਹ ਵੀ ਅਸਲੀਅਤ ਬੇਸ ਸੀ ਜੀ। ਬਾਪ ਬਜ਼ੁਰਗ ਹੋ ਕੇ ਇੱਕ ਬੜੀ ਭੈੜੀ ਬਿਮਾਰੀ ਤੋਂ ਪੀੜਤ ਹੋ ਕੇ ਮੰਜੇ ਤੇ ਪੈ ਜਾਂਦਾ ਜੀ ਤੇ ਉਸ ਦਾ ਇੱਕ ਦਿਨ ਜਿਹੜੇ ਅੰਡਰ ਗਾਰਮੈਂਟਸ ਹੈ ਉਹ ਗਿੱਲੇ ਹੋ ਜਾਂਦੇ ਆ ਜੀ। ਉਹ ਨਹੀਂ ਹੁੰਦਾ ਇੱਕ ਸਟੇਜ ਤੇ ਜਾ ਕੇ, ਉਹ ਵਿਚਾਰਾ ਪਿਆ ਟਰਾਈ ਕਰਦਾ ਹੈ ਕਿ ਇਸ ਤੋਂ ਪਹਿਲਾਂ ਕਿ ਕੋਈ ਹੋਰ ਆ ਜਾਏ ਮੈਂ ਇਹਨੂੰ ਸਾਫ਼ ਕਰਨਾ ਸਾਰੇ ਚੀਜ਼ ਨੂੰ। ਉਹਦੇ ਕੋਲੋਂ ਨਹੀਂ ਹੁੰਦਾ। ਉਹ ਇਸ ਪ੍ਰੋਸੈਸ 'ਚ ਉਹ ਵਿਚਾਰਾ ਇੱਧਰ ਉੱਧਰ ਔਰ ਇਸੇ ਦੌਰਾਨ ਉਹਦਾ ਬੇਟਾ ਆ ਜਾਂਦਾ ਅੰਦਰ ਤੇ ਉਹ ਫਿਰ ਅੱਖਾਂ 'ਚੋਂ ਅੱਥਰੂ ਲੈ ਕੇ ਕਹਿੰਦਾ ਹੈ ਵੀ ਇਹ ਮੈਂ ਸਾਫ਼ ਕਰਾਂਗਾ ਇਹਨੂੰ ਤੇ ਇਸ ਕਰਕੇ ਕਰੂੰਗਾ ਕਿਉਂਕਿ ਜਦੋਂ ਮੈਂ ਇਸ ਚੀਜ਼ ਨੂੰ ਸਾਫ਼ ਕਰਨ ਵਾਸਤੇ ਕੈਪੇਬਲ ਨਹੀਂ ਸੀ ਤੇ ਤੁਸੀਂ ਇਹ ਕਰਦੇ ਹੁੰਦੇ ਸੀ ਮੇਰੇ ਜੀ। ਠੀਕ ਹੈ ਜੀ। ਸੋ ਬਾਪ ਦੀ ਜਿਹੜੀ ਇੱਕ ਕੰਟਰੀਬਿਊਸ਼ਨ ਹੈ, ਬਾਪ ਦੀ ਜਿਹੜੀ ਇੱਕ ਸਟਰਗਲ ਹੈ, ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਟੂ ਬੀ ਵੈਰੀ ਓਨੈਸਟ, ਬਿਲਕੁਲ ਸਹੀ। ਤੇ ਸਟਰਗਲ ਮੈਂ ਕਈ ਲੋਕਾਂ ਨੂੰ ਜਾਣਦਾ, ਕਈ ਮੇਰੇ ਦੋਸਤਾਂ ਨੂੰ ਜਾਣਦਾ ਜਿਹੜੇ ਵਿਚਾਰੇ ਫਾਦਰਸ ਡੇ ਜਦੋਂ ਮਦਰਸ ਡੇ ਆਉਂਦੇ ਆ ਉਹ ਤਰਲੇ ਲੈਂਦੇ ਆ ਕਿ ਕਾਸ਼ ਬਾਪ ਜਿੰਦਾ ਹੁੰਦਾ, ਕਾਸ਼ ਸਾਡਾ ਅੱਜ ਜੰਮਣ ਵਾਲਾ ਜਿੰਦਾ ਹੁੰਦਾ ਤੇ ਕਮ ਸੇ ਕਮ ਸਾਨੂੰ ਤਿੱਖੀ ਧੁੱਪ ਜਿਹੜੀ ਹੈ ਉਹਦੇ 'ਚ ਮਾੜੀ ਮੋਟੀ ਕੋਈ ਛਤਰੀ ਸਿਰ ਤੇ ਹੋ ਜਾਂਦੀ। ਛਤਰੀ ਕਹਿਣ ਦਾ ਮਤਲਬ ਕਿ ਜਿਹੜਾ ਇੱਕ ਸਾਈਕੋਲੋਜੀਕਲ ਸਪੋਰਟ ਹੈ ਨਾ, ਵੱਡੀ ਭੈਣ ਹੋਏ ਤੇ ਚਾਹੇ ਵੱਡੀ ਮਾਂ ਹੋਏ, ਬਾਪ ਤੁਹਾਡਾ ਹੋਏ, ਮਾਂ ਬਾਪ ਹੋਏ, ਬਹੁਤ ਵੱਡੀ ਹੁੰਦੀ ਹੈ ਜੀ। ਪਰ ਤਾਂ ਮੈਂ ਖੁਦ ਦੱਸਦਾ ਕਿ ਜਿਸ ਦਿਨ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਮੈਨੂੰ ਇਸ ਤਰ੍ਹਾਂ ਲੱਗਾ ਸੀ ਜਿਸ ਤਰ੍ਹਾਂ ਤਪਦੀ ਦੁਪਹਿਰ 'ਚ ਮੇਰੇ ਸਿਰ ਤੋਂ ਕਿਸੇ ਨੇ ਛਤਰੀ ਉਡਾਤੀ ਹੋਏ ਔਰ ਮੇਰਾ ਸਿਰ ਜਿਹੜਾ ਉਹ ਤਿੱਖੀਆਂ ਜਿਹੜੀਆਂ ਧੁੱਪਾਂ ਦੀਆਂ ਕਿਰਨਾਂ ਨੇ ਉਹਦੇ 'ਚ ਨੰਗਾ ਹੋ ਗਿਆ। ਸੋ ਇਹ ਤੇ ਭਾਵੇਂ ਅਸੀਂ ਸਾਰਾ ਦਿਨ ਬੋਲਦੇ ਰਹੀਏ, ਸ਼ਬਦ ਘੱਟ ਜਾਣਗੇ ਲੇਕਿਨ ਇਹਦਾ ਜਿਹੜਾ ਵਿਸ਼ੇ ਦਾ ਜਿਹੜਾ ਵਿਸ਼ਾ ਵਸਤੂ ਹੈ ਕਦੀ ਖਤਮ ਨਹੀਂ ਹੋ ਸਕਦਾ। ਸੋ ਇਹ ਨਹੀਂ ਕਹਾਂਗਾ ਕਿ ਜਿਹੜੇ ਐਪਰੀਸ਼ੀਏਟ ਕਰਦੇ ਆ, ਜਿਹੜਾ ਹੌਸਲਾ ਅਫਜ਼ਾਈ ਕਰਦੇ ਆ, ਉਹਨਾਂ ਦੇ ਹੌਸਲੇ ਅਫਜ਼ਾਈ ਤੇ ਬੇਸ ਤੇ ਹੀ ਮੈਨੂੰ ਇੱਕ ਸਪੋਰਟ ਮਿਲਦੀ ਹੈ, ਸਾਈਕੋਲੋਜੀਕਲ ਇੱਕ ਬੂਸਟ ਅਪ ਮਿਲਦਾ ਹੈ ਬਿਲਕੁਲ, ਜਿਹੜਾ ਮੈਨੂੰ ਕਰਦਾ ਹੈ ਕਿ ਤੁਸੀਂ ਇਹ ਲਿਖੋ, ਇਹਦੀ ਲੋੜ ਹੈ। ਹੋਰ ਚੀਜ਼ਾਂ ਬਹੁਤ ਜ਼ਿਆਦਾ ਡਿਸਕਸ ਹੋ ਰਹੀਆਂ ਲੇਕਿਨ ਜਿਸ ਚੀਜ਼ ਦੇ ਬੇਸ ਤੇ ਸਾਡੀ ਸੋਸਾਇਟੀ ਟਿਕੀ ਹੋਈ ਹੈ, ਸੋਸ਼ਲ ਵੈਲਿਊਜ਼ ਜੀ, ਆਪਸੀ ਰਿਲੇਸ਼ਨਸ਼ਿਪ ਜਿਹੜੇ ਨੇ, ਆਪਸੀ ਲੜਾਈ ਦਾ ਬੱਚਿਆਂ ਤੇ ਕੀ ਇਫੈਕਟ ਪੈਂਦਾ ਹੈਗਾ,
ਭੈਣ ਭਰਾ ਦੇ ਜਿਹੜੇ ਨਿੱਕੇ ਨਿੱਕੇ ਲੜਾਈ ਝਗੜੇ ਆ ਉਹ ਵੱਡੇ ਹੋ ਕੇ ਕਿੰਨੇ ਚੇਤੇ ਆਉਂਦੇ ਆ। ਭੈਣ ਜਿਹੜੇ ਘਰੋਂ ਨਿਕਲ ਕੇ ਸਕੂਲ ਜਾਣ ਤੱਕ ਜਿਹੜੀਆਂ ਗੱਲਬਾਤਾਂ ਹੁੰਦੀਆਂ ਨੇ, ਰਸਤੇ 'ਚ ਲੜਾਈਆਂ ਹੁੰਦੀਆਂ ਨੇ, ਤੂੰ ਸਾਈਕਲ ਚਲਾ, ਮੇਰੀ ਵਾਰੀ ਖਤਮ ਹੋ ਗਈ ਹੈ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇੱਕ ਸਟੇਜ ਤੋਂ ਬਾਅਦ ਕਿੰਨੀਆਂ ਚੇਤੇ ਆਉਂਦੀਆਂ ਨੇ। ਇਹ ਮੇਰਾ ਸਬਜੈਕਟ ਮੈਟਰ ਹੁੰਦਾ ਜੀ ਲਿਖਣ। ਬਿਲਕੁਲ ਬਿਲਕੁਲ ਜਵਿੰਦਰ ਸਾਹਿਬ, ਜਦੋਂ ਤੁਸੀਂ ਗੱਲਬਾਤ ਮਤਲਬ ਦੇਖੋ, ਆਪਾਂ ਜਦੋਂ ਚਲੇ ਜਾਂਦੇ ਹਾਂ ਨਾ, ਦੇਖੋ ਜਦੋਂ ਭੈਣ ਭਰਾ ਅਨਮੈਰਿਡ ਹੁੰਦੇ ਆ, ਵਿਆਹੀ ਨਹੀਂ ਹੁੰਦੇ ਹੈ ਨਾ, ਉਹ ਟਾਈਮ ਉਸ ਤੋਂ ਬਾਅਦ ਇੱਕ ਵੱਖਰਾ ਪਰਿਵਾਰ ਬਣ ਜਾਂਦਾ ਹੈ। ਇੱਕ ਭੈਣ ਦਾ ਪਰਿਵਾਰ ਵੀ ਬਣ ਜਾਂਦਾ ਹੈ ਤੇ ਇੱਕ ਭਰਾ ਦਾ ਪਰਿਵਾਰ ਵੀ ਬਣ ਜਾਂਦਾ ਹੈ ਨਾ। ਤੇ ਉਸ ਤੋਂ ਬਾਅਦ ਭਾਜੀ ਕਈ ਵਾਰ ਬੜਾ ਕੁਛ ਮਤਲਬ ਆਪਾਂ ਦੇਖਦੇ ਆ ਹੈ ਨਾ, ਪਰ ਮਤਲਬ ਇਹੋ ਜਿਹੀਆਂ ਕੁਛ ਮਤਲਬ ਨਾ ਜਦੋਂ ਭਾਜੀ ਗੱਲਾਂ ਨਿਕਲ ਕੇ ਆਉਂਦੀਆਂ ਬਾਹਰ ਹੈ ਨਾ, ਵੀ ਜਿਵੇਂ ਹੁਣ ਤੁਸੀਂ ਇਹ ਸਟੋਰੀ ਕੀਤੀ ਆ, ਇਹਨਾਂ ਤੋਂ ਨਾ ਸਾਨੂੰ ਜਿਹੜੀ ਸਿੱਖਿਆ ਮਤਲਬ ਮਿਲਦੀ, ਜਿਹੜੀ ਭਾਜੀ ਦੇਖੋਗੇ ਅੱਜ ਜਿਹੜੀ ਤੁਸੀਂ ਸੱਚੀ ਕਹਾਣੀ ਆਪਾਂ ਕੀਤੀ ਨਾ, ਉਸ ਤੇ ਰਹਿੰਦੇ ਆ ਕਿ ਉਹ ਇੱਥੋਂ ਦੇ ਕੈਨੇਡਾ ਦੇ ਵਿੱਚ ਹੀ ਉਹ ਪਰਿਵਾਰ ਵਸਦਾ ਹੈ ਨਾ। ਦੇਖੋ ਆਪਣੀ ਭੈਣ ਦੇ ਜਜ਼ਬਾਤ, ਮੈਨੂੰ ਨਹੀਂ ਪਤਾ ਭੈਣ ਨੇ ਤੁਹਾਨੂੰ ਉਹ ਚੀਜ਼ ਦੱਸੀ ਆ ਜਾਂ ਭਰਾ ਨੇ ਤੁਹਾਨੂੰ ਦੱਸੀ ਹੈ ਤੇ ਤੁਸੀਂ ਉਹਨੂੰ ਆਪਣੀ ਲਿਖਤ ਰਾਹੀਂ ਪਰੋਇਆ ਹੈ ਨਾ। ਸੋ ਮਤਲਬ ਇਹ ਚੀਜ਼ਾਂ ਤੋਂ ਦੇਖ ਕੇ ਸੰਦੀਪ ਜਾਂ ਸਾਹਮਣੇ ਆਪਾਂ ਨੂੰ ਕੋਈ ਦੇਖ ਰਹੇ ਆ ਹੈ ਨਾ, ਸਾਡੇ 'ਚ ਵੀ ਇੱਕ ਉਹ ਚੀਜ਼ ਉੱਠਦੀ ਆ ਕਿ ਯਾਰ ਮੈਂ ਕਿਉਂ ਨਹੀਂ, ਕਿਉਂਕਿ ਬਹੁਤ ਚੀਜ਼ਾਂ ਜਵੰਦਾ ਸਾਹਿਬ ਹਰ ਇਨਸਾਨ 'ਚ ਹੁੰਦੀਆਂ। ਜਿਵੇਂ ਤੁਸੀਂ ਕਿਹਾ ਨਾ ਕਿ ਮੈਂ ਲਿਖਣਾ ਇੱਕ ਟ੍ਰਾਇਲ ਬੇਸ ਤੇ ਸ਼ੁਰੂ ਕੀਤਾ ਸੀਗਾ ਹੈ ਨਾ, ਜਦੋਂ ਅਸੀਂ ਦੇਖਦੇ ਆ ਯਾਰ ਇਹ ਚੀਜ਼ ਉਹ ਹੋ ਸਕਦੀ ਹੈ, ਕੁਝ ਚੀਜ਼ਾਂ ਮੈਂ ਕਰਨੀਆਂ ਚਾਹੁੰਦਾ ਉਹ ਮੈਂ ਕਰ ਨਹੀਂ ਸਕਦਾ, ਕਿਉਂ? ਸਿਰਫ ਇੱਕ ਡਰ, ਮੈਨੂੰ ਇਹ ਹੋ ਜੂ ਉਹ ਹੋ ਜੂ, ਜੇ ਮੈਂ ਇਹ ਆਪਣੇ ਭੈਣ ਭਰਾ ਦੀ ਤਾਰੀਫ ਕਰੂੰ ਇੱਦਾਂ ਹੋ ਜੂ ਹੈ ਨਾ। ਸੋ ਉਹ ਚੀਜ਼ਾਂ ਇਨਸਾਨ ਦੇ ਵਿੱਚੋਂ ਬਾਹਰ ਨਿਕਲ ਸਕਦੀਆਂ ਹੈ ਨਾ। ਔਰ ਜੋ ਭੈਣ ਭਰਾ ਦਾ ਪਿਆਰ ਆ, ਜੋ ਭਰਾਵਾਂ ਦਾ ਪਿਆਰ ਆ, ਜਾਂ ਤਾਂ ਭੈਣਾਂ ਦਾ ਪਿਆਰ ਆ ਹੈ ਨਾ, ਉਹ ਹੋਰ ਬਾਹਰ ਆਉਣਾ ਚਾਹੀਦਾ। ਜੋ ਮੋਹ ਸੀ, ਮਤਲਬ ਇਹੀ ਮੈਨੂੰ ਲੱਗਦਾ ਇਸ ਸਟੋਰੀ ਦਾ ਨਿਚੋੜ ਹੋਣਾ ਚਾਹੀਦਾ ਭਾਜੀ। ਬਿਲਕੁਲ ਠੀਕ ਹੈ ਜੀ। ਸਟੋਰੀ ਦਾ ਨਿਚੋੜ ਇਹ ਹੈ ਕਿ ਮੈਂ ਇਹ ਗੱਲ ਅਕਸਰ ਰਿਪੀਟ ਕਰਦਾ ਹਰ ਪ੍ਰੋਗਰਾਮ 'ਤੇ ਕਿ ਲਾਈਫ ਇਨਸਾਨ ਦੀ ਬੜੀ ਛੋਟੀ ਹੈ ਜੀ। ਤੁਹਾਨੂੰ ਤੁਸੀਂ ਹੁਣੇ ਇਸ ਤੋਂ ਪਹਿਲਾਂ ਜਦੋਂ ਭੂਮਿਕਾ ਬਣ ਰਹੇ ਸੀ ਤੇ ਦੱਸਿਆ ਕਿ ਪਰਿਵਾਰਾਂ ਦਾ ਸਟਰਕਚਰ ਜਿਹੜਾ ਉਹ ਛੋਟੀਆਂ ਵੰਡ ਵਡਾਈਆਂ ਦੇ ਬੇਸ ਤੇ ਹਿੱਲਰ ਪੁਲਰ ਰਿਹਾ, ਡੈਵਾਸਟੇਟ ਹੋ ਰਿਹਾ ਹੈਗਾ। ਜ਼ਮੀਨ ਦਾ ਝਗੜਾ ਪੈ ਗਿਆ, ਕੋਠੀ ਦਾ ਝਗੜਾ ਪੈ ਗਿਆ, ਕੋਈ ਆਪਸੀ ਹਿੱਸੇਦਾਰੀ ਦਾ, ਕਾਰਾਂ ਦਾ, ਕਿਸੇ ਹੋਰ ਚੀਜ਼ ਦਾ ਪੈ ਗਿਆ, ਬੰਨੇ ਤੋਂ ਪੈ ਗਿਆ। ਉਸ ਚੀਜ਼ ਨੂੰ ਫਿਰ ਬਣਾ ਲੈਨੇ ਜੀ ਅਸੀਂ ਮੈਟਰ ਆਫ ਪ੍ਰੈਸਟੀਜ ਬਣਾ ਲੈਨੇ ਆ, ਆਪਣੀ ਮੁੱਛ ਦਾ ਸਵਾਲ ਬਣਾ ਲੈਨੇ ਆ ਕਿ ਨਹੀਂ ਇਹਦੇ ਨਾਲ, ਚਾਹੇ ਲੋਕ ਸਮਝਾਉਂਦੇ ਆ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਜੇ ਕੰਪਰੋਮਾਈਜ਼ ਕਰ ਲਓ, ਲੇਕਿਨ ਨਹੀਂ ਜੀ, ਸਾਡੀ ਮੁੱਛ ਨੀਵੀਂ ਹੋ ਜਾਣੀ ਹੈ ਜੇ ਸਾਡਾ ਹਿੱਸਾ ਕਿਤੇ ਦੂਸਰਾ ਬੰਦਾ ਲੈ ਗਿਆ। ਤੇ ਫਿਰ ਉਹ ਲੜਾਈਆਂ ਝਗੜੇ, ਫਿਰ ਡਿਫਰੈਂਸਿਸ ਔਰ ਹੋਰ ਚੀਜ਼ਾਂ ਹੁੰਦੀਆਂ ਨੇ। ਔਰ ਇਸੇ ਚੱਕਰ ਦੇ ਵਿੱਚ ਹੀ ਸਾਰੀ ਜ਼ਿੰਦਗੀ ਕਈ ਬੰਦਿਆਂ ਦੀ ਲੰਘਦੀ ਮੈਂ ਦੇਖੀ ਹੈ। ਰਿਲੇਸ਼ਨਸ਼ਿਪ ਜਿਹੜੇ ਨੇ ਉਹ ਬੈਕ ਟੂ ਦਾ ਟਰੈਕ ਆ ਸਕਦੇ ਨੇ, ਲੇਕਿਨ ਪ੍ਰੋਵਾਈਡਡ ਇਹ ਹੁੰਦਾ ਕਿ ਇੱਕ ਸੁਹਿਰਦਤਾ ਹੋਏ, ਥੋੜੀ ਜਿਹੀ ਓਨੈਸਟੀ ਹੋਏ ਦੋਨੋਂ ਚੀਜ਼ਾਂ 'ਚ, ਕਿ ਦੋਨੋਂ ਪਾਰਟਨਰ ਹੈਗੇ ਨੇ ਉਹ ਇਸ ਚੀਜ਼ ਵਾਸਤੇ ਵਿਲਿੰਗ ਹੋਣ ਕਿ ਅਸੀਂ ਬੈਕ ਟੂ ਦਾ ਟਰੈਕ ਲਿਆਉਣਾ ਹੈਗਾ। ਸੋ ਵਨਸ ਅਗੇਨ ਮੈਂ ਕਨਸੈਂਟਰੇਟ ਇਸ ਚੀਜ਼ ਤੇ ਕਰਦਾ ਹੈ ਕਿ ਲਾਈਫ ਜਿਹੜੀ ਹੈ ਬਹੁਤ ਛੋਟੀ ਹੈ। ਜਵਾਨੀ 'ਚ ਬੰਦਾ ਇੰਨਾ ਗੁੰਮਿਆ ਰਹਿੰਦਾ ਹੈ ਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ 40-50 ਸਾਲ ਦਾ ਹੋਣਾ। 40-50 ਸਾਲ ਦੇ ਹੋ ਕੇ ਉਹਨੂੰ 70-75 ਸਾਲ ਦਾ ਇਨਸਾਨ ਲੱਗਦਾ ਹੈ, ਹਾਲੇ ਬਹੁਤ ਦੂਰ ਦੀ ਗੱਲ ਹੈ। ਲੇਕਿਨ ਪਲਾਂ ਛਿਣਾਂ 'ਚ ਅੱਖ ਝਪਕਦੇ ਹੀ ਉਹ ਸਟੇਜ ਆ ਜਾਂਦੀ ਹੈ। ਫਿਰ ਉਹੀ ਗਾਣਾ ਮੈਨੂੰ ਕਈ ਵਾਰੀ ਯਾਦ ਆਉਂਦਾ, ਨਿੱਕੇ ਹੁੰਦਾ ਲੱਗਦਾ ਹੁੰਦਾ ਸੀ ਮਸਿਆ 'ਚ ਕਿ ਸਾਰੀ ਉਮਰ ਗਵਾਲੀ ਤੂੰ ਜਿੰਦੜੀ ਇਹ ਕੁਛ ਨਾ ਜਹਾਨ ਉੱਤੇ ਫੱਟਿਆ, ਨੀ ਕਰਦੀ ਮਾਇਆ ਮਾਇਆ, ਮਾਇਆ ਹੈ ਜੋ ਪਲ ਦੀ ਛਾਇਆ, ਹੋਸ਼ ਗਵਾਲੀ ਤੂੰ ਜਿੰਦੜੀ ਇਹ ਕੁਛ ਨਾ ਜਹਾਨ ਉੱਤੇ ਫੱਟਿਆ। ਸਾਨੂੰ ਇਹ ਮਸਿਆ ਦੇ ਵਿੱਚ ਇਹ ਗਾਣਾ ਲੱਗਾ ਹੁੰਦਾ ਸੀ ਤੇ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਇਹ ਕਹਿੰਦੇ ਕੀ ਹੈ, ਸਾਰੀ ਉਮਰ ਗਵਾਲੀ ਤੂੰ, ਹਨਾ। ਲੇਕਿਨ ਹੁਣ ਜਦੋਂ ਪ੍ਰੈਕਟੀਕਲ ਐਗਜ਼ਾਮਪਲ ਖੁਦ ਅਸੀਂ ਉਸ ਸਟੇਜ ਨੂੰ ਪ੍ਰੋਸੀਡ ਕਰ ਰਹੇ ਹਾਂ, ਫਿਰ ਪਤਾ ਲੱਗਦਾ ਹੈ ਕਿ ਕਿੰਨੀ ਰਿਐਲਿਟੀ ਸੀ ਉਹਨਾਂ ਗਾਣਿਆਂ 'ਚ, ਉਸ ਸੰਗੀਤ ਦੇ ਵਿੱਚ। ਸੋ ਇਹ ਗੱਲ ਕਹੂੰਗਾ ਕਿ ਜ਼ਿੰਦਗੀ ਨੂੰ ਬਹੁਤ ਲੰਮੀ ਸਮਝ ਕੇ ਕੋ ਲੰਮੀ ਚੌੜੀ ਪਲੈਨਿੰਗ ਨਾ ਕਰੋ। ਇਹ ਕਦੋਂ ਰਾਤ ਪੈ ਜਾਣੀ ਹੈ, ਲੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ, ਹੱਸਦੇ ਆ ਰਾਤ ਲੰਘੀ ਪਤਾ ਨਹੀਂ ਸਵੇਰ ਦਾ। ਤੁਸੀਂ ਕਈ ਹੁਣ ਸੰਦੀਪ ਜੀ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੈਗੇ ਹੋ, ਤੁਸੀਂ ਕਈ ਪੋਸਟਾਂ ਦੇਖਦੇ ਹੋ ਜਿਸ 'ਚ ਹੁੰਦਾ ਕਿ ਯਾਰ ਸਾਡਾ ਅੱਜ ਯਾਰ ਚਲਾ ਗਿਆ,
ਸਾਡਾ ਦੋਸਤ ਚਲਾ ਗਿਆ, ਸਾਡਾ ਰਿਸ਼ਤੇਦਾਰ ਚਲਾ ਗਿਆ। ਕੱਲ ਚੰਗਾ ਭਲਾ ਸੀ, ਕੱਲ ਹਾਲੇ ਗੱਲ ਜੀ, ਕੱਲ ਉਹਨੇ ਆਹ ਗੱਲ ਕੀਤੀ, ਫਿਜ਼ੀਕਲੀ ਫਿੱਟ ਸੀ, ਕੋਈ ਫਿਜ਼ੀਕਲ ਪ੍ਰੋਬਲਮ ਨਹੀਂ ਸੀ, ਲੇਕਿਨ ਅੱਜ ਚਲਾ ਗਿਆ। ਮਤਲਬ ਕਿ ਉਹਦਾ ਚੈਪਟਰ ਕਲੋਜ਼ ਹੋ ਗਿਆ, ਉਹਦਾ ਰੋਲ ਜਿਹੜਾ ਸੀ ਉਹ ਖਤਮ ਹੋ ਗਿਆ। ਇਸ ਤੋਂ ਪਹਿਲਾਂ ਕਿ ਕੋਈ ਆਪਣਾ ਰੋਲ ਖਤਮ ਕਰਕੇ ਸਡਨਲੀ ਪੈਕਅਪ ਕਰਕੇ ਚਲਾ ਜਾਏ, ਉਹਨੂੰ ਮਨਾ ਲੈਣਾ ਚਾਹੀਦਾ, ਬੈਟਰ ਹੈ। ਔਰ ਇਹ ਜਿਹੜੇ ਕਿਲੇ ਸ਼ਿਕਵੇ ਨੇ, ਛੋਟੇ ਮੋਟੇ ਜਿਹੜੇ ਡਿਫਰੈਂਸਿਸ ਨੇ, ਇਹਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਜ਼ਰੂਰ ਕਰਨਾ ਚਾਹੀਦਾ ਹੈ ਬੈਕ ਟੂ ਦਾ ਟਰੈਕ ਲਿਆਉਣ ਵਾਸਤੇ। ਬਿਲਕੁਲ ਬਿਲਕੁਲ ਭਾਜੀ, ਬਹੁਤ ਵਧੀਆ, ਬਹੁਤ ਵਧੀਆ। ਸੱਚੀ ਮਕਸਦ ਇਹੀ ਆ ਕਿ ਮੇਰਾ ਵੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਕਸਦ ਭਾਜੀ ਕਿ ਜੋ ਤੁਸੀਂ ਲਿਖਤਾ ਨਾ, ਠੀਕ ਹੈ, ਆਪਾਂ ਲਿਖਤ ਵੀ ਪੜ੍ਹ ਲੈਂਦੇ ਅਤੇ ਨਾਲ ਦੀ ਨਾਲ ਹੀ ਜਿਹੜਾ ਦੁਨੀਆ ਭਰ ਦੇ ਵਿੱਚ ਹੁਣ ਆਪਾਂ ਨੂੰ TV ਰਾਹੀਂ ਥੋੜ੍ਹਾ ਜਿਹਾ ਇਹ ਜਿਹੜੀਆਂ ਗੱਲਾਂ, ਜਿਵੇਂ ਤੁਸੀਂ ਨਾ ਉਹ ਹਮੇਸ਼ਾ ਗੱਲ ਲਾਸਟ ਵੀਕ ਵੀ ਕੀਤੀ ਸੀਗੀ ਅਤੇ ਇਸ ਵੀਕ ਵੀ ਕੀਤੀ, ਔਰ ਜਿੰਨੇ ਵਾਰੀ ਵੀ ਕਰੋਗੇ ਮੈਨੂੰ ਲੱਗਦਾ ਹਮੇਸ਼ਾ ਇਹ ਲੱਗੂ ਕਿ ਇੱਕ ਉਹਨੂੰ ਜਗਾਉਣ ਵਾਲੀ ਗੱਲ ਆ। ਅਤੇ ਜਿਹੜੀ ਤੁਸੀਂ ਟ੍ਰੇਨ 'ਤੇ ਮਤਲਬ ਮੂਹਰੇ ਜਿਹੜੇ ਉਹ ਨੌਜਵਾਨ ਦੀ ਗੱਲ ਦੱਸੀ ਨਾ, ਸੋ ਇੱਕ ਵੀ ਬੰਦਾ ਜਾਗ ਗਿਆ ਭਾਜੀ, ਇੱਕ ਵੀ ਕੁਝ ਚੇਂਜ ਹੋ ਗਿਆ। ਅੱਜ ਦੀ ਕਹਾਣੀ ਸੁਣ ਕੇ ਇੱਕ ਵੀ ਭੈਣ ਭਰਾ ਦਾ, ਕਈ ਵਾਰ ਹੋ ਸਕਦਾ ਕੋਈ ਵੰਡ ਵਡਾ ਕਰਕੇ, ਹੈ ਨਾ, ਕਿਸੇ ਵੀ ਕਾਰਨ ਕਰਕੇ ਜਿਹੜਾ ਮੋਹ ਖਤਮ ਹੋ ਗਿਆ ਨਾ, ਅਤੇ ਉਹ ਦਿਨ ਦੁਬਾਰਾ ਜਿਹੜੇ ਬਚਪਨ ਦੇ ਸੀ ਉਹ ਯਾਦ ਆਉਣ ਅਤੇ ਉਹ ਮੋਹ ਦੁਬਾਰਾ ਜਾਗੇ, ਔਰ ਇਹ ਜਿਹੜੇ ਪਿਆਰ ਆ ਭੈਣ ਭਰਾਵਾਂ ਦੇ ਜਾਂ ਦੋਸਤਾਂ ਦੇ, ਹੈ ਨਾ, ਉਹ ਦੁਬਾਰਾ ਇਸੇ ਤਰ੍ਹਾਂ ਜਿਵੇਂ ਪਹਿਲਾਂ ਸੀਗੇ ਉਸੇ ਹੀ ਤਰ੍ਹਾਂ ਪ੍ਰਫੁੱਲਤ ਹੋ ਜਾਣ। ਕਿ ਹਮੇਸ਼ਾ ਹੀ ਜ਼ਿਆਦਾਤਰ ਮੈਂ ਦੇਖਿਆ ਭਾਜੀ, ਦੇਖੋ 100% ਕਦੇ ਵੀ ਕੋਈ ਇਨਸਾਨ ਪਰਫੈਕਟ ਨਹੀਂ ਹੋ ਸਕਦਾ, ਪਰ ਜ਼ਿਆਦਾਤਰ ਜਿਹੜਾ ਹੋਇਆ ਨਾ ਭਾਜੀ, ਕਹਿੰਦੇ ਹੁੰਦੇ ਔਰਤ ਆ ਨਾ ਇੱਕ ਜਿਹੜੀ, ਉਹ ਕਹਿੰਦੇ ਅਖੀਰਲੇ ਸਾਹ ਤੱਕ ਵੀ ਨਾ ਆਪਦੇ ਬੱਚੇ, ਸਾਰਾ ਪਰਿਵਾਰ, ਘਰ ਮਹਿਲ ਸਾਰਾ ਕੁਝ ਹੋ ਜਾਊਗਾ, ਪਰ ਜਦੋਂ ਅਖੀਰਲਾ ਸਮਾਂ ਆਉਂਦਾ ਨਾ, ਉਸ ਟਾਈਮ ਵੀ ਆਪਣਾ ਜਿਹੜਾ ਪੇਕਾ ਪਰਿਵਾਰ ਹੁੰਦਾ ਨਾ, ਉੱਥੇ ਸੋਚ ਰਹੀ ਹੁੰਦੀ ਆ ਮੇਰਾ ਭਰਾ, ਮੇਰੇ ਭਤੀਜੇ, ਮੇਰਾ ਫਾਦਰ, ਜਾਂ ਜਿਹੜੇ ਵੀ ਕੁਛ ਹੈ ਉਹ ਸਾਰਾ ਕੁਛ ਕਹਿੰਦੇ ਰਿਪੀਟ ਹੁੰਦਾ ਉਸ ਟਾਈਮ, ਯਾਦ ਕਰਦੀ ਆ, ਹਮੇਸ਼ਾ ਹੀ ਯਾਦ ਕਰਦੀ ਰਹਿੰਦੀ ਆ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਜੇ ਤੁਸੀਂ ਇਜਾਜ਼ਤ ਦਿਓ ਮੈਨੂੰ, ਮੈਂ 2-3 ਮਿੰਟ ਤੇ ਮੈਂ ਵਾਈਂਡ ਅਪ ਕਰੂੰਗਾ। ਇੱਕ ਮੈਂ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਹੋਰ ਇਹਦੇ ਨਾਲ ਰਿਲੇਟਡ ਹੀ ਹੈ, ਇੱਕ ਕਿ ਮੇਰੇ ਪਰਸਨਲ ਐਕਸਪੀਰੀਅੰਸ ਦੇ ਬੇਸ ਤੇ ਮੈਂ ਕੁਝ ਲਿਖਿਆ ਸੀ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਜੀ ਵੀ ਜੀ। ਇਟ ਵੋਂਟ ਟੇਕ ਮੋਰ ਦੈਨ 2 ਮਿੰਟਸ। ਕਿ ਮੈਂ 8ਵੀਂ ਵਿੱਚ ਤੇ ਵੱਡੀ ਭੈਣ 10ਵੀਂ ਵਿੱਚ ਸੀ ਜੀ। ਸਾਡੇ ਸਕੂਲ ਨਾਲ ਹੀ ਸਨ। ਮੈਨੂੰ ਇਕੱਲੇ ਸਾਈਕਲ ਤੇ ਘਰੇ ਆਉਣਾ ਪਸੰਦ ਸੀ ਅਤੇ ਉਸਨੂੰ ਸਹੇਲੀਆਂ ਨਾਲ ਤੁਰ ਕੇ ਵਾਪਸ ਆਉਣਾ ਚੰਗਾ ਲੱਗਦਾ ਸੀ। ਘਰੋਂ ਸਖਤ ਹਦਾਇਤ ਸੀ ਕਿ ਇਕੱਠੇ ਇੱਕੋ ਸਾਈਕਲ ਤੇ ਹੀ ਵਾਪਸ ਮੁੜਨਾ, ਭਾਵੇਂ ਕੁਝ ਵੀ ਹੋ ਜਾਵੇ। ਉਸਨੂੰ ਮੈਥੋਂ ਅੱਧਾ ਘੰਟਾ ਪਹਿਲਾਂ ਛੁੱਟੀ ਹੋ ਜਾਂਦੀ ਸੀ। ਉਹ ਸਾਡੇ ਗੇਟ ਤੇ ਬਾਹਰ ਖਲੋਤੀ ਮੈਨੂੰ ਉਡੀਕਦੀ ਰਹਿੰਦੀ। ਮੈਂ ਸਾਰੀ ਛੁੱਟੀ ਮਗਰੋਂ ਕਾਹਲੀ ਨਾਲ ਸਭ ਤੋਂ ਪਹਿਲਾਂ ਸਾਈਕਲ ਕੱਢਦਾ ਅਤੇ ਉਸਨੂੰ ਛੇਤੀ ਨਾਲ ਪਿੱਛੇ ਬਿਠਾ ਕੇ ਹਵਾ ਹੋ ਜਾਂਦਾ। ਸ਼ਾਇਦ ਮਨ ਵਿੱਚ ਡਰ ਰਹਿੰਦਾ ਸੀ ਕਿ ਕੋਈ ਮਜ਼ਾਕ ਵਗੈਰਾ ਹੀ ਨਾ ਕਰ ਦੇਵੇ। ਇੱਕ ਵੇਰ ਇਸੇ ਤਰ੍ਹਾਂ ਕਾਹਲੀ ਵਿੱਚ ਸਾਡਾ ਸਾਈਕਲ ਸੜਕ ਕੰਢੇ ਬਣੇ ਟੋਭੇ ਵਿੱਚ ਜਾ ਡਿੱਗਾ। ਕੱਪੜੇ ਬਸਤੇ ਕਿਤਾਬਾਂ ਸਭ ਕੁਝ ਗਿੱਲੇ ਹੋ ਗਏ। ਉਸ ਦੀ ਇੱਕ ਜੁੱਤੀ ਪਾਣੀ ਵਿੱਚ ਗੁਆਚ ਗਈ। ਬਥੇਰੀ ਲੱਭੀ ਪਰ ਗੱਲ ਨਾ ਬਣੀ। ਸਾਰੇ ਰਾਹ ਮੈਨੂੰ ਕੋਸਤੀ ਆਈ, ਇੱਥੋਂ ਸਾਈਕਲ ਵੀ ਚੱਜ ਨਾਲ ਨਹੀਂ ਚੱਲਦਾ, ਖੋਤੇ ਜਿੱਡਾ ਹੋ ਗਿਆ। ਮੈਂ ਬ੍ਰੇਕ ਮਾਰ ਸਾਈਕਲ ਸੁੱਟ ਦਿੱਤਾ। ਆਖਿਆ ਤੂੰ ਆਪੇ ਚਲਾ ਲੈ ਜੇ ਚੱਲਦਾ ਏ ਤਾਂ। ਦੋਵੇਂ ਤਕਰੀਬਨ ਅੱਧਾ ਘੰਟਾ ਜਿੱਦ ਫੜੀ ਉੱਥੇ ਹੀ ਸੜਕ ਦੇ ਕੰਢੇ ਬੈਠੇ ਰਹੇ। ਇੰਨੇ ਨੂੰ ਪਿਤਾ ਜੀ ਸਾਨੂੰ ਲੱਭਦੇ ਹੋਏ ਸਾਈਕਲ ਤੇ ਆਉਂਦੇ ਦਿਸ ਪਏ। ਮੈਂ ਛੇਤੀ ਨਾਲ ਸਾਈਕਲ ਚੱਕਿਆ ਤੇ ਤਰਲਾ ਜਿਹਾ ਕੀਤਾ ਕਿ ਹੁਣ ਪਿੱਛੇ ਬੈਠ ਜਾ, ਪਰ ਬਾਪੂ ਜੀ ਨੂੰ ਕੋਈ ਗੱਲ ਨਾ ਦੱਸੀ। ਮੈਨੂੰ ਪਤਾ ਸੀ ਕਿ ਭਾਵੇਂ ਖਰਬੂਜਾ ਹੋਵੇ ਤੇ ਭਾਵੇਂ ਛੁਰੀ, ਨੁਕਸਾਨ ਖਰਬੂਜੇ ਦਾ ਹੀ ਹੋਣਾ। ਪਰ ਉਹ ਉਸ ਦਿਨ ਬਦਲਾ ਲੈਣ ਦੇ ਪੂਰੇ ਮੂਡ ਵਿੱਚ ਸੀ। ਛੇਤੀ ਨਾਲ ਸਾਰੀ ਗੱਲ ਦੱਸ ਦਿੱਤੀ ਤੇ ਬਾਪੂ ਹੋਰਾਂ ਨੇ ਜੂੜਿਓਂ ਫੜ ਥੱਲੇ ਸੁੱਟ ਲਿਆ ਤੇ ਜੁੱਤੀ ਲਾ ਲਈ। ਫਿਰ ਪੁੱਛੋ ਨਾ ਕੀ ਹੋਇਆ। ਘਰੇ ਆ ਕੇ ਮੈਂ ਕਿੰਨੇ ਦਿਨ ਉਸ ਨਾਲ ਗੱਲ ਨਾ ਕੀਤੀ। ਫਿਰ ਜਦੋਂ ਥੋੜ੍ਹੀ ਬਹੁਤ ਬੋਲਚਾਲ ਸ਼ੁਰੂ ਹੋਈ ਤਾਂ ਉਸਨੂੰ ਇੱਕੋ ਗੱਲ ਆਖੀ ਗਿਆ ਕਿ ਇੱਕ ਵਾਰ ਬਸ ਤੇਰਾ ਵਿਆਹ ਹੋ ਜਾਵੇ, ਸਹੁੰ ਗੁਰੂ ਦੀ, ਜੇ ਮੈਂ ਤੇਰੇ ਕਦੀ ਮੱਥੇ ਲੱਗ ਗਿਆ ਤਾਂ। ਉਸਨੇ ਵੀ ਅੱਗੋਂ ਹੱਸਦੀ ਹੋਈ ਨੇ ਟਿਚਕਰ ਕਰ ਦੇਣੀ ਕਿ ਜਦੋਂ ਵਿਆਹ ਹੋਊ ਉਦੋਂ ਵੇਖੀ ਜਾਊ। ਤੂੰ ਹੁਣ ਇਹ ਗੱਲ ਦੱਸ ਕਿ ਮੇਰੀ ਜੁੱਤੀ, ਗਵਾਚੀ ਹੋਈ ਜੁੱਤੀ ਕਦੋਂ ਲੱਭ ਕੇ ਦੇਣੀ ਹੈ। ਪਾਗਲ ਹੋ ਗਿਆ। ਆਖਣ ਲੱਗਾ ਕੱਲੀ ਨਿਕਲ ਬਾਹਰ, ਤੈਨੂੰ ਮਜ਼ਾ ਚਕਾਉਣਾ ਜੀ। ਉਹ ਭੱਜ ਕੇ ਜਾ ਕੇ ਬਾਪੂ ਜੀ ਦੀ ਬੁੱਕਲ ਵਿੱਚ ਵੜ ਜਾਇਆ ਕਰਦੀ।
ਅੱਜ ਤਕਰੀਬਨ 5 ਸਾਲਾਂ ਬਾਅਦ ਬੇਬੇ ਜੀ ਤੇ ਬਾਪੂ ਜੀ ਤੇ ਨਹੀਂ ਰਹੇ, ਪਰ ਭਾਜੀ ਹੁਣਾਂ ਦੀ ਬਦਲੀ, ਯਾਨੀ ਕਿ ਜੀਜਾ ਜੀ ਦੀ ਬਦਲੀ ਸਾਡੇ ਸ਼ਹਿਰ ਹੀ ਹੋ ਗਈ ਹੈ ਜੀ। ਹਰੇਕ ਖੁਸ਼ੀ ਗਮੀ ਚੰਗੇ ਮਾੜੇ ਵੇਲੇ ਕੋਲ ਰਹਿੰਦੀ ਭੈਣ ਹੀ ਜਿੱਤੇ ਆਉਂਦੀ ਹੈ। ਸਵੇਰ ਵੇਲੇ ਅਕਸਰ ਹੀ ਕਲੋਨੀ ਦੀ ਪਾਰਕ ਵਿੱਚ ਸੈਰ ਕਰਦੀ ਜਦੋਂ ਅੱਗਿਓਂ ਆਉਂਦੀ ਦਿਸ ਪੈਂਦੀ ਹੈ ਤਾਂ ਦੂਰੋਂ ਹੀ ਨਿਮਾ ਮੁਸਕਰਾਉਣ ਲੱਗ ਪੈਂਦੀ ਹੈ, ਹੱਸਣ ਲੱਗ ਪੈਂਦੀ ਹੈ। ਬਿਨਾਂ ਕੁਝ ਬੋਲਿਆਂ ਹੀ ਇੰਨੀ ਗੱਲ ਜਤਾ ਰਹੀ ਹੁੰਦੀ ਹੈ ਕਿ ਦੇਖ ਲੈ ਨਿੱਕਿਆ, ਤੇਰੀ ਵਰ੍ਹਿਆਂ ਪਹਿਲਾਂ ਗੁਰੂ ਦੇ ਨਾਂ ਉੱਤੇ ਪਾਈ ਤਾਂ ਹੁਣ ਹਰ ਰੋਜ਼ ਝੂਠੀ ਪੈ ਰਹੀ ਹੈ, ਰੋਜ਼ ਮੱਥੇ ਲੱਗਦੀ ਹੈ ਉਹੀ ਭੈਣ ਜੀ। ਵੈਰੀ ਗੁੱਡ। ਵੱਡੀ ਭੈਣ ਵਿੱਚ ਸਾਰੀ ਉਮਰ ਮਾਂ ਬਣ ਕੇ ਵਿਚਰਨ ਦੀ ਸਮਰੱਥਾ ਹੁੰਦੀ ਹੈ, ਬਸ਼ਰਤੇ ਕਿ ਧਨ ਦੌਲਤ ਆਕੜ ਅਤੇ ਵਕਤੀ ਗੁੱਸੇ ਨਾਰਾਜ਼ਗੀਆਂ ਹਿਮਾਲਿਆ ਪਰਬਤ ਬਣ ਕੇ ਰਾਹ ਦਾ ਰੋੜਾ ਨਾ ਬਣ ਜਾਓ ਜੀ। ਇਹ ਵੀ ਅਸਲੀਅਤ ਹੈ ਜੀ, ਇਹ ਵੀ ਟਰੁੱਥ ਹੈ ਭਾਜੀ। ਇੱਕ ਕਾਲ ਲਵਾਂਗੇ, ਫਿਰ ਅੱਜ ਦਾ ਜਿਹੜਾ ਪਹਿਲਾ ਭਾਗ ਆ ਉਸ ਨੂੰ ਆਪਾਂ ਕੰਪਲੀਟ ਕਰਾਂਗੇ ਤੇ ਸੈਕੰਡ ਭਾਗ ਚੱਲਾਂਗੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ ਆਇਆਂ ਨੂੰ। ਗਿੱਲ ਸਾਹਿਬ, ਮੈਂ ਕਰਮਜੀਤ ਗਿੱਲ ਬੋਲ ਰਿਹਾ ਸੀ। ਜਵਿੰਦਰ ਸਾਹਿਬ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਗੱਲ ਤੇ ਧੰਨਵਾਦ ਕਰਦਾ ਕਿ ਤੁਸੀਂ ਇੱਕ ਬਹੁਤ ਹੀ ਵਧੀਆ ਇਨਸਾਨ ਨੂੰ ਆਪਣੇ ਨਾਲ ਜੋੜਿਆ, ਜਿਹੜਾ ਕਿ ਅਕਸਰ ਲੋਕ ਇਹਨਾਂ ਦੀਆਂ ਕਹਾਣੀਆਂ ਪੜ੍ਹਦੇ ਨੇ, ਪਰ ਜਦੋਂ ਤੁਸੀਂ ਇਦਾਂ ਸਾਹਮਣੇ ਲੈ ਕੇ ਆਉਂਦੇ ਹੋ, ਕਈ ਵਾਰੀ ਤੁਹਾਡੇ ਸਵਾਲ ਜਵਾਬ ਹੁੰਦੇ, ਤੁਸੀਂ ਕਰ ਲੈਂਦੇ ਹੋ, ਤੁਹਾਨੂੰ ਬੜਾ ਚੰਗਾ ਲੱਗਦਾ। ਮੇਰਾ ਖਿਆਲ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਇਸ ਗੱਲ ਨਾਲ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਦੂਸਰੀ ਗੱਲ, ਇਹਨਾਂ ਦੀ ਕਹਾਣੀਆਂ ਨੇ ਅਕਸਰ ਇਹ ਸੱਚੀਆਂ ਕਹਾਣੀਆਂ ਹੁੰਦੀਆਂ ਨੇ ਔਰ ਉਹ ਸਾਡੇ ਵਿੱਚ ਹੀ ਵਾਪਰਦੀਆਂ ਹੁੰਦੀਆਂ ਨੇ, ਸਾਡੇ ਪਰਸਨਲ ਜਾਂ ਸਾਡੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਨੇੜੇ ਤੇੜੇ। ਪਰ ਉਹਦੇ ਵਿੱਚ ਜਿਹੜਾ ਐਂਡ ਆਫ ਕਹਾਣੀ ਦਾ ਐਂਡ ਹੁੰਦਾ ਉਹ ਬੜਾ ਪੋਜ਼ਿਟਿਵ ਹੁੰਦਾ, ਕੁਛ ਨਾ ਕੁਛ ਉਹਦੇ ਵਿੱਚੋਂ ਸਿੱਖਣ ਲਈ ਮਿਲਦਾ। ਜਦੋਂ ਤੁਸੀਂ ਕਹਾਣੀ ਸ਼ੁਰੂ ਕਰ ਲੈਂਦੇ ਹੋ, ਤੁਸੀਂ ਉਹਨੂੰ ਖਤਮ ਕਰੇ ਬਿਨਾਂ ਛੱਡ ਨਹੀਂ ਸਕਦੇ। ਬੇਸ਼ੱਕ ਉਹ ਛੋਟੀ ਹੁੰਦੀ ਹੈ, 2-3 ਮਿੰਟ ਦੀ ਕਹਾਣੀ ਹੁੰਦੀ ਹੈ, 4 ਮਿੰਟ ਦੀ, ਪਰ ਉਹਦੇ ਵਿੱਚੋਂ ਇੱਕ ਪੋਜ਼ਿਟਿਵ ਤੁਹਾਨੂੰ ਐਨਰਜੀ ਉਹਦੇ ਵਿੱਚ ਮਿਲਦੀ ਹੈ, ਤੁਹਾਡੀ ਲਾਈਫ ਦੇ ਵਿੱਚ ਕੰਮ ਆਉਣ ਵਾਲੀ ਗੱਲ ਮਿਲਦੀ ਹੈ ਜੀ। ਸੋ ਇਹ ਮੈਂ ਸਮਝਦਾ ਵੀ ਇਹਨਾਂ ਦੀ ਕਲਮ ਦੇ ਉੱਪਰ ਜਾਂ ਇਹਨਾਂ ਦੇ ਉੱਪਰ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੈ ਔਰ ਦੁਆ ਕਰਦੇ ਹਾਂ ਬਖਸ਼ਿਸ਼ ਇਸੇ ਤਰ੍ਹਾਂ ਬਣੀ ਰਹੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਵੀਰੇ। ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਗਿੱਲ ਸਾਹਿਬ, ਸ਼ੁਕਰੀਆ ਸ਼ੁਕਰੀਆ। ਜ਼ਰੂਰ ਦੋਸਤੋ ਦੱਸਦੇ ਰਿਹਾ ਕਰੋ। ਮੈਂ ਕਹਿੰਦਾ ਹੁੰਦਾ ਜਵਿੰਦਰ ਸਾਹਿਬ ਨੂੰ, ਤੁਸੀਂ ਨੰਬਰ ਸਕਰੀਨ ਤੇ ਆ ਰਿਹਾ, ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਜਿਹਦੇ ਨਾਲ ਕੋਈ ਸੇਧ ਮਿਲ ਸਕੇ ਆਪਾਂ ਨੂੰ, ਠੀਕ ਹੈ, ਸੇਧ ਮਿਲ ਸਕੇ, ਤੁਸੀਂ ਸ਼ੇਅਰ ਕਰਿਆ ਕਰੋ। ਹਰਪ੍ਰੀਤ ਜਵਿੰਦਰ ਸਾਹਿਬ ਦਾ ਸਕਰੀਨ ਤੇ ਨੰਬਰ ਵੀ ਆਉਣਾ ਹੁੰਦਾ, ਤੁਸੀਂ ਦੱਸਿਆ ਕਰੋ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਕੁਛ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਕੁਛ ਨਾ ਕੁਛ ਚੇਂਜ ਹੋ ਸਕਦਾ ਔਰ ਭਾਜੀ ਦੀ ਕਲਮ ਉਹਨੂੰ ਹੋਰ ਰੌਚਕ ਬਣਾ ਕੇ ਆਪਣੇ ਤੱਕ ਪੇਸ਼ ਕਰੇ, ਤੇ ਇਹਨਾਂ ਨੂੰ ਹਰਪ੍ਰੀਤ ਜਵਿੰਦਰ ਸਾਹਿਬ ਨੂੰ ਤੁਸੀਂ ਕਾਲ ਕਰ ਸਕਦੇ ਹੋ। ਤਾਂ ਹੁਣ ਸਮਾਂ ਇੱਕ ਬ੍ਰੇਕ ਦਾ ਹੋਇਆ, ਤੇ ਬ੍ਰੇਕ ਤੋਂ ਬਾਅਦ ਵਿਨੀਪੈਗ ਸ਼ਹਿਰ ਦੀ ਆਪਾਂ ਗੱਲਬਾਤ ਕਰਨੀ ਆ। ਉੱਥੋਂ ਦੀਆਂ ਜਿਹੜੇ ਪਿਛਲੇ ਵੀਕ ਦੀਆਂ ਗਤੀਵਿਧੀਆਂ ਹੈ ਨਾ, ਕੋਵਿਡ ਨਾਲ ਸੰਬੰਧਿਤ ਹੋਇਆ, ਰੀਅਲ ਸਟੇਟ ਦੇ ਨਾਲ, ਕਿਉਂਕਿ ਹਰਪ੍ਰੀਤ ਜਵਿੰਦਰ ਸਾਹਿਬ ਵਿਨੀਪੈਗ ਦੇ ਵਿੱਚ ਰੀਅਲ ਸਟੇਟ ਦਾ ਆਪਣਾ ਬਿਜ਼ਨਸ ਵੀ ਕਰਦੇ ਆ। ਆਪਣੇ ਕਹਿੰਦੇ ਹੁੰਦੇ ਨਾ, ਜਿਵੇਂ ਉਹ ਬਾਪ ਦੀ ਕਹਾਣੀ ਸੁਣਾਈ ਸੀ ਕਿ ਬਾਪ ਜਾਂਦਾ ਨਾ ਟਰੱਕ ਲੈ ਕੇ, ਕਹਾਣੀ ਦੇ ਵਿੱਚ ਸੀ, ਅੱਜ ਦੇ ਵਿੱਚ ਇਸੇ ਤਰ੍ਹਾਂ ਜਵਿੰਦਰ ਸਾਹਿਬ ਆਪਣੇ ਬੱਚਿਆਂ ਲਈ ਜਿਹੜੀ ਰੋਜੀ ਰੋਟੀ ਦਾ ਜੁਗਾੜ ਆਪਣੇ ਲਈ ਕਰਦੇ ਆ, ਉਹ ਰੀਅਲ ਸਟੇਟ ਦੇ ਨਾਲ ਸੰਬੰਧਿਤ ਬਿਜ਼ਨਸ ਆ ਵਿਨੀਪੈਗ 'ਚ। ਜਾਂ ਰੀਅਲ ਸਟੇਟ ਦੇ ਸੰਬੰਧ ਵਿੱਚ ਆਪਾਂ ਅਗਲੀਆਂ ਜਿਹੜਾ ਭਾਗ 2 ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ। ਇੱਕ ਛੋਟੀ ਜੀ ਬ੍ਰੇਕ ਜੀ, ਤੇ ਹੁਣੀ ਗਏ,